ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਵਿੱਚ ਦੂਰ ਅਤੇ ਨੇੜਿਓਂ ਚੱਲ ਕੇ ਬੜੀ ਸ਼ਰਧਾ ਸਹਿਤ ਆਪ ਜੀ ਜੁੜ ਬੈਠੇ ਹੋ। ਸ਼ਹਾਦਤਾਂ ਦੇ ਵੱਡੇ ਦਿਨ ਹਨ। ਅੱਜ ਦਾ ਉਹ ਦਿਨ ਹੈ ਜਦੋਂ ਕਲਗੀਧਰ ਪਿਆਰੇ ਪ੍ਰੀਤਮ ਨੇ ਪਰਿਵਾਰ ਦੇ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਉਹਨਾਂ ਦੀ ਕਿਰਪਾ ਦੇ ਨਾਲ ਹੀ ਆਪਾਂ ਅੱਜ ਸਰਦਾਰੀਆਂ ਬਣ ਰਹੇ ਹਾਂ। ਸਤਸੰਗ ਕਰਨ ਦਾ ਸੁਭਾਗ ਮਿਲਦਾ ਹੈ। ਆਓ ਜਿੰਨਾ ਵੀ ਸਮਾਂ ਹੈ ਇਹਨੂੰ ਗੁਰੂ ਪਿਆਰ ਵਿੱਚ ਸਫਲਾ ਕਰੀਏ। ਕੱਲ ਸ਼ਾਮ ਦੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਗੁਰੂ ਨਾਨਕ ਸਾਹਿਬ ਜਿਉਂ ਹੀ ਸਿੱਧਾਂ ਨੂੰ ਨਿਰਪੁੱਤਰ ਕਰ ਰਹੇ ਨੇ, ਸਿੱਧਾਂ ਦੇ ਗੁਰੂ ਗੋਰਖ ਨੇ ਅੱਜ ਚਾਲ ਖੇਡੀ। ਗੁਰੂ ਨਾਨਕ ਸਾਹਿਬ ਜੀ ਨੂੰ ਖੱਪਰ ਫੜਾ ਕੇ ਕਹਿੰਦਾ, ਬਾਲਕਾ ਫਲਾਣੇ ਤਲਾਬ ਤੇ ਜਾਓ, ਪਾਣੀ ਲੈ ਆਓ। ਜਗ ਦੇ ਮਾਲਕ ਗੁਰੂ ਸਾਹਿਬ ਖੱਪਰ ਲੈ ਕੇ ਤਲਾਬ ਤੇ ਗਏ ਨੇ। ਗੋਰਖਨਾਥ ਨੇ ਆਪਣੀ ਮਾਇਆ ਪ੍ਰੇਰ ਦਿੱਤੀ। ਕੀ ਵੇਖਦੇ ਨੇ? ਪਾਣੀ ਦਾ ਤਲਾਬ ਹੀਰੇ ਮੋਤੀ ਜਵਾਹਰਾਤ ਨਾਲ ਭਰਿਆ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੋਰਖਨਾਥ ਦੀ ਇਸ ਮਾਇਆ ਨੂੰ ਜਾਣਿਆ ਤੇ ਮੁਸਕਰਾ ਪਏ। ਖੱਪਰ ਲਿਆ ਕੇ ਵਾਪਸ ਦੇ ਦਿੱਤਾ। ਆਖਣ ਲੱਗੇ, ਨਾਥ ਜੀ ਤਲਾਬ ਵਿੱਚ ਪਾਣੀ ਨਹੀਂ। ਨਾ ਗੋਰਖ ਦੀ ਮਹਿਮਾ ਕੀਤੀ, ਨਾ ਕੋਈ ਪ੍ਰਸ਼ੰਸਾ। ਇਹ ਸਭ ਕੁਝ ਸੁਣ ਕੇ ਗੋਰਖਨਾਥ ਵੇਖ ਬੜਾ ਅਚਰਜ ਹੋਇਆ ਵੀ ਇਹ ਤੇ ਮੇਰੀ ਮਾਇਆ ਤੋਂ ਵੀ ਪ੍ਰਭਾਵਿਤ ਨਹੀਂ ਹੋਏ। ਗੁਰੂ ਬਾਬਾ ਜੀ ਬੈਠੇ ਆ, ਸਿੱਧ ਹਾਰ ਗਏ ਨੇ, ਹੰਭ ਗਏ ਨੇ। ਸਮਝ ਨਹੀਂ ਆਉਂਦੀ ਕੀ ਕਰੀਏ, ਇਹਨਾਂ ਨੂੰ ਕਿਵੇਂ ਵਾਪਸ ਭੇਜੀਏ। ਇਹਨਾਂ ਸਾਰੇ ਪ੍ਰਕਰਨਾਂ ਦਾ ਆਪ ਜੀ ਨੇ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰਚਿਤ ਕਰੀਏ। ਬਖਸ਼ੋ ਪ੍ਰੇਮ ਦੀ ਆਸੀਸ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਚਿਹਾਰੇ ਸਭ ਹੀ ਜਬੈ, ਕੇ ਬਿਦ ਜੀਤ ਨ ਪਾਏ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਦੀ ਮੰਡਲੀ ਵਿੱਚ ਬੇਪਰਵਾਹ ਹੋ ਕੇ ਬੈਠੇ ਨੇ। ਨਾ ਕਿਸੇ ਦਾ ਖੌਫ, ਨਾ ਕਿਸੇ ਦਾ ਭੈ। ਗੁਰੂ ਗੋਰਖ ਸ਼ਰਮਿੰਦੇ ਨੇ ਇਸ ਕਰਕੇ ਵੀ ਮੈਂ ਐਡੀ ਵੱਡੀ ਮਾਇਆ ਇਹਨਾਂ ਤੇ ਪ੍ਰੇਰੀ, ਸਾਰਾ ਤਲਾਬ ਸੋਨੇ ਚਾਂਦੀ ਹੀਰੇ ਮੋਤੀਆਂ ਨਾਲ ਭਰ ਦਿੱਤਾ। ਇਹਨਾਂ ਨੇ ਇੱਕ ਵਾਰੀ ਆ ਕੇ ਦੱਸਿਆ ਵੀ ਨਹੀਂ ਵੀ ਉੱਥੇ ਕੀ ਵੇਖਿਆ। ਐਡੀ ਤੀਬਰਤਾ, ਜਨਮ ਸ਼ਕਤੀ। ਪਰ ਜਿੰਨੇ ਸਿੱਧ ਬੈਠੇ ਨੇ ਸਾਰੇ ਹਾਰ ਹੰਭ ਗਏ ਨੇ, ਕਿਉਂਕਿ ਕਿਸੇ ਪ੍ਰਕਾਰ ਦਾ ਵੀ ਦਾਅ ਪੇਚ ਨਹੀਂ ਚੱਲਦਾ। ਗੁਰੂ ਨਾਨਕ ਸਾਹਿਬ ਜੀ ਨੂੰ ਹਰਾਉਣ ਵਾਸਤੇ ਸਿੱਧਾਂ ਨੇ ਵਾਹ ਲਾ ਲਈ ਆਪਣੀ। ਹਰ ਐਂਗਲ ਤੇ ਗਏ, ਹਰ ਹੱਦ ਤੱਕ ਡਿੱਗੇ, ਸਭ ਕੁਝ ਕਰਕੇ ਵੇਖਿਆ,
ਪਰ ਉਹ ਹਰਾ ਸਕੇ ਨਾ। ਗੋਰਖ ਚਿੰਤਾ ਤੁਰ ਪਇਓ ਹੋਵਤ ਬਾਦੋ ਪਾਈ। ਆਖਰਕਾਰ ਗੋਰਖਨਾਥ ਗੁਰੂ ਸਿੱਧਾਂ ਦਾ ਚਿੰਤਾ 'ਚ ਬੈਠਾ ਹੈ। ਚਲੋ ਇਹ ਮੰਨਿਆ ਵੀ ਚੇਲੇ ਚਿੰਤਾ 'ਚ ਬੈਠੇ ਹੋਣ ਤੇ ਗੁਰੂ ਹੌਸਲਾ ਦੇ ਦੇ। ਜੇ ਗੁਰੂ ਚਿੰਤਾ ਕਰਦਾ ਫਿਰ ਕੀ ਸੋਚਦਾ ਹੈ। ਇਹਨਾਂ ਨਾਲ ਵਾਦ ਵਿਵਾਦ ਕਰਨ ਦਾ ਵੀ ਫਾਇਦਾ ਕੋਈ ਨਹੀਂ, ਕਰਾਮਾਤਾਂ ਵੀ ਦਿਖਾਉਣ ਦਾ ਲਾਭ ਕੋਈ ਨਹੀਂ, ਝਗੜਾ ਕਰਨ ਦਾ ਵੀ ਫਾਇਦਾ ਕੋਈ ਨਹੀਂ, ਗਹਿਰੀਆਂ ਗੱਲਾਂ ਕਰਨ ਦਾ ਵੀ ਫਾਇਦਾ ਕੋਈ ਨਹੀਂ, ਕਿਉਂਕਿ ਇਹ ਕਿਸੇ ਪਾਸੇ ਵੀ ਬਾਜ਼ ਨਹੀਂ ਆ ਰਹੀ ਉਹਨਾਂ ਦੀ ਬੋਲੀ 'ਚ। ਵੀ ਅਸੀਂ ਜੋ ਵੀ ਸੋਚਦੇ ਹਾਂ ਚਲੋ ਕਿਸੇ ਦੀ ਗੱਲ ਵਿੱਚ ਤੇ ਅੜ ਜਾਣ ਨਾ, ਕਿਤੇ ਤੇ ਉਲਝਾ ਲਈਏ, ਇਹ ਰਾਜ਼ੀ ਨਹੀਂ ਹੁੰਦੇ ਕਿਸੇ ਪਾਸੇ। ਅਸੀਂ ਹੁਣ ਕਰੀਏ ਕਿ ਚੋਪਈ ਬਹਰੋ ਸਰਬ ਸਿੱਧ ਮਿਲਿਆਏ। ਜੇ ਸ਼ਕਤਨ ਜੋਤੇ ਹੁਤੇ ਪੋਲਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਉੱਠ ਕੇ ਇਹਨਾਂ ਦੇ ਦਿਲ ਦੀ ਹਾਲਤ ਜਾਣ ਕੇ ਥੋੜੀ ਦੂਰੀ ਤੇ ਜਾ ਕੇ ਬਹਿ ਗਏ। ਜਿਹੜੇ ਸਿੱਧ ਸ਼ਕਤੀ ਵਿਖਾਉਂਦੇ ਵਿਖਾਉਂਦੇ ਦੌੜ ਗਏ ਸੀ, ਕੁਝ ਹਾਰ ਗਏ, ਕੁਝ ਥੱਕ ਗਏ, ਕਈਆਂ ਦੀ ਸ਼ਕਤੀ ਮਰਦ ਨੇ ਖੋਹ ਲਈ ਸੀ। ਉਹਨਾਂ ਜਦੋਂ ਵੇਖਿਆ ਵੀ ਸਾਡਾ ਤੇ ਗੁਰੂ ਚਿੰਤਾ 'ਚ ਬੈਠਾ, ਭੱਜਿਆ। ਕਹਿੰਦੇ ਗੁਰੂ ਜੀ ਕੀ ਹੋ ਗਿਆ? ਗੁਰੂ ਕਹਿੰਦਾ ਮੈਂ ਮੁਸੀਬਤ ਸਹੇੜਦੀ ਆਖੋ ਸਤਿਨਾਮ ਮੁਸੀਬਤ। ਗੋਰਖਨਾਥ ਕਦੇ ਨਹੀਂ ਚਾਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਇੱਥੇ ਆਉਣ। ਇੱਥੇ ਭਗਤੀ ਵਾਲੇ ਸਿੱਧ ਕਹਿੰਦੇ ਰਹੇ ਆਓ ਸਿੱਧਾਂ ਦੀ ਮੰਡਲੀ ਨੂੰ ਤਾਰ ਦਿਓ, ਕਿਉਂਕਿ ਗੋਰਖਨਾਥ ਦੀ ਹਉਮੈ ਨੂੰ ਸੱਟ ਵੱਜ ਰਹੀ ਹੈ। ਉਹ ਇਸ ਲਈ ਚਿੰਤਤ ਹੈ ਵੀ ਅੱਧ ਪਚੱਧ ਸਿੱਧ ਮੇਰੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਆ ਤੇ ਮੈਨੂੰ ਸਮਝਦੀ ਕੁਛ ਨਹੀਂ। ਹੰਕਾਰੇ ਹੋਏ ਸਿੱਧ ਵਾਪਸ ਆ ਕੇ ਕੋਲ ਬਹਿ ਗਏ, ਕਹਿੰਦੇ ਗੁਰੂ ਜੀ ਚਿੰਤਾ ਕਿਸ ਗੱਲ ਦੀ ਹੈ, ਤੁਸੀਂ ਉਦਾਸ ਕਿਉਂ ਬੈਠੇ ਹੋ? ਗੋਰਖ ਜਹ ਬੇਦੀ ਕੁਲ ਦੀਪਾ ਬੈਸੀ ਸਭ ਤਹਿ ਹੋਏ ਸਮੀਪਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਥੋੜੀ ਦੇਰ ਬਾਅਦ ਆ ਕੇ ਨਾ ਸਿੱਧਾਂ ਕੋਲ ਬਹਿ ਗਏ। ਥੋੜੀ ਦੇਰ ਬਾਅਦ ਗੋਰਖਨਾਥ ਕਦੇ ਸਤਿਗੁਰਾਂ ਵੱਲ ਵੇਖਦਾ ਹੈ, ਕਦੇ ਆਪਣੇ ਸਿੱਧਾਂ ਵੱਲ ਵੇਖਦਾ ਹੈ, ਪਰ ਇਸ਼ਾਰਾ ਕਰਦਾ ਹੈ ਵੀ ਅਜੇ ਆਪਾਂ ਹਾਰੇ ਨਹੀਂ। ਡੁੱਬਦੇ ਡੁੱਬਦੇ ਵੀ ਆਪਾਂ ਇਹ ਨਹੀਂ ਮੰਨਣਾ ਸੀ ਡੁੱਬਣ ਲੱਗੇ ਸੀ, ਅਸੀਂ ਤੇ ਤਾਰ ਹੀ ਮਾਰਦੇ ਹਾਂ। ਸਾਡਾ ਤੇ ਸਟਾਈਲ ਹੈ। ਹੰਕਾਰੀ ਬੰਦਾ ਕਿਤੇ ਡੁੱਬਦਾ ਵੀ ਬਚ ਜੇ, ਉਹ ਕਹਿੰਦਾ ਨਹੀਂ ਮੈਂ ਤੇ ਡੁੱਬ ਕੀ ਲਾਉਂਦਾ ਸੀ, ਡੁੱਬਿਆ ਥੋੜੀ ਸੀ, ਮੈਂ ਤੇ ਛਾਲ ਮਾਰ ਕੇ ਵੇਖਦਾ ਸੀ ਵੀ ਸਾਹ ਕਿੰਨੀ ਦੇਰ ਰੋਕ ਸਕਦਾ। ਗੋਰਖਨਾਥ ਆਪਣੇ ਸਿੱਧਾਂ ਨੂੰ ਕਹਿੰਦਾ ਆਪਾਂ ਇਹਨਾਂ ਨਾਲ ਥੋੜਾ ਜਿਹਾ ਵਿਵਾਦ ਨਾ ਕਰ ਲਈਏ। ਹੁਣ ਬਾਦ ਹੁੰਦਾ ਝਗੜਾ, ਵਿਵਾਦ ਹੁੰਦਾ ਰੌਲਾ, ਵੀ ਰੌਲਾ ਪਾ ਕੇ ਕਿਸੇ ਦੀ ਗੱਲ ਦੱਬ ਦਿਓ। ਬਹੁਤ ਸ਼ਾਨਦਾਰ ਤਰੀਕਾ ਹੈ। ਕੋਈ ਬੰਦਾ ਆਪਣੀ ਗੱਲ ਕਰੇ, ਇੱਕ ਰੌਲਾ ਪਾਉਣ ਵਾਲਾ ਕੋਲੇ ਆਪਣੀ ਕਾਵਾਂ ਰੌਲੀ ਪਾ ਲੈਂਦਾ ਤੇ ਉਹ ਬੰਦਾ ਆਪਣੀ ਗੱਲ ਹੀ ਭੁੱਲ ਜਾਂਦਾ। ਕਦੋਂ ਭੁੱਲਦਾ? ਜਦੋਂ ਸਾਹਮਣੇ ਵਾਲਾ ਝੱਲਾ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਭੁਲਾਉਣਾ ਚਾਹੁੰਦੇ ਆ ਵੀ ਆਪਣਾ ਮਕਸਦ ਭੁੱਲ ਜਾਣ। ਕਹਿੰਦੇ ਇਹੋ ਜੀਆਂ ਗੱਲਾਂ 'ਚ ਉਲਝਾ ਲਈਏ ਇਕੱਠੇ ਹੋ ਕੇ ਗੁਰੂ ਸਮੇਤ ਚੇਲੇ। ਪਰ ਇਸ ਸਭਾ ਦੇ ਵਿੱਚ ਗੋਰਖ ਦੇ ਪੱਖੀ ਨਾ ਮੰਗਲਨਾਥ ਨੇ, ਨਾ ਗੋਪੀ ਚੰਦ ਨੇ, ਨਾ ਘੁੱਗੂਨਾਥ ਨੇ, ਨਾ ਭਰਤਰੀ ਨੇ। ਉਹ ਸਿਰਫ ਸਰੋਤੇ ਨੇ, ਸਭ ਦ੍ਰਿਸ਼ ਵੇਖਦੇ ਨੇ। ਇਤਕ ਦੇਰ ਤੂਸ਼ਨ ਹੀ ਰਹੇ ਉਨ ਵਿਚਾਰ ਗੋਰਖ ਬਚ ਕਹੇ। ਤਕਰੀਬਨ 1-2 ਘੰਟੇ ਦੋਨੇ ਤਰਫਾਂ ਤੋਂ ਚੁੱਪ ਬੱਟੀ ਰਹੀ। ਗੁਰੂ ਸਾਹਿਬ ਵੀ ਨਾ ਬੋਲੇ, ਭਾਈ ਬਾਲਾ ਮਰਦਾਨਾ ਅਮਰਜ ਦੇ ਨਾਲ ਬੈਠੇ ਆ। ਕਹਿੰਦੇ ਗੋਰਖਨਾਥ ਉਹਦੇ ਸਿੱਧ ਵੀ ਐਨ ਸ਼ਾਂਤ ਚੁੱਪ। ਆਖਰਕਾਰ ਨਾ ਗੋਰਖ ਨੇ ਆਪ ਗੱਲ ਸ਼ੁਰੂ ਕੀਤੀ। ਮੈਂ ਬੇਨਤੀ ਕਰਾਂ ਅੱਜ ਦੀ ਕਥਾ ਨੂੰ ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਆ ਜੋ ਤੁਸੀਂ ਅੱਜ ਸੁਣਨਾ ਹੈ, ਜਦੋਂ ਤੱਕ ਜ਼ਿੰਦਗੀ ਹੈ ਉਦੋਂ ਤੱਕ ਪੜ੍ਹਨਾ ਹੈ। ਕੋਈ ਵੀ ਗੁਰਸਿੱਖ ਹੈ ਨਿਤ ਪੜ੍ਹਦਾ ਹੈ, ਤੁਸੀਂ ਰੋਜ਼ ਪੜ੍ਹਦੇ ਹੋ ਜੋ ਅੱਜ ਚਰਚਾ ਹੋਣੀ ਹੈ। ਗੋਰਖਨਾਥ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿੰਦਾ ਤਪਾ ਜੀ ਕੁਝ ਚਰਚਾ ਕਰਨੀ ਚਾਹੁੰਦੇ ਆ। ਹੱਸ ਕੇ ਪਾਤਸ਼ਾਹ ਕਹਿੰਦੇ ਚਰਚਾ ਕਰਨੀ ਤੇ ਆਏ ਆ, ਕਿੰਨੀ ਦੂਰੋਂ ਆਏ ਆ। ਬੇਸ਼ੱਕ ਸਿੱਧ ਮਨ ਕਰਕੇ ਮੰਨਦੇ ਆ ਇਹ ਵੱਡੇ ਨੇ, ਪਰ ਹਉਮੈ ਕਦ ਕਹਿੰਦੀ ਆ ਮੈਂ ਕਿਸੇ ਨੂੰ ਵੱਡਾ ਕਹਿੰਦੀ ਆ। ਅੱਗ ਲੱਗ ਜੇ ਜ਼ੁਬਾਨ ਨੂੰ ਜਿਹੜੀ ਕਹਿ ਦੇ ਵੀ ਮੈਂ ਝੁਕ ਗਿਆ, ਮੈਂ ਹਾਰ ਗਿਆ। ਉਹ ਕਹਿੰਦਾ ਨਹੀਂ, ਤੁਸੀਂ ਕਿਸੇ ਹੰਕਾਰੀ ਬੰਦੇ ਕੋਲ ਕੋਈ ਗੱਲ ਕਰ ਲਓ,
ਅੱਜ ਦੇ ਹੰਕਾਰੀਆਂ ਦਾ ਸਿਸਟਮ ਇੱਕ ਹੋਰ ਹੈ ਨਵਾਂ। ਕਿਸੇ ਨੂੰ WhatsApp ਤੇ ਕੋਈ ਵੀਡੀਓ ਭੇਜ ਦਿਓ, ਮੈਸੇਜ ਭੇਜ ਦਿਓ, ਹੰਕਾਰੀ ਨੇ ਭਾਵੇਂ ਵੇਖਿਆ ਪਹਿਲੀ ਵਾਰ ਹੋਵੇ, ਉਹਨੇ ਪਤਾ ਕੀ ਕਹਿਣਾ, ਤੇਰੇ ਤੋਂ ਪਹਿਲਾਂ ਮੇਰੇ ਕੋਲ ਆ ਚੁੱਕੀ ਹੈ, ਮੈਂ ਵੇਖ ਰਹੀ ਹੈ। ਹੰਕਾਰੀ ਬੰਦੇ ਦੀ ਪਛਾਣ ਹੈ। ਉਹਦੇ ਕੋਲ ਕੋਈ ਸੁਨੇਹੇ ਦੀ ਗੱਲ ਕਰ ਦਿਓ ਵੀ ਫਲਾਣਾ ਬੰਦਾ ਐਦਾਂ ਹੋ ਗਿਆ, ਕਹਿੰਦਾ ਮੈਨੂੰ ਤੇਥੋਂ ਪਹਿਲਾਂ ਪਤਾ ਸੀ। ਇਹ ਕੀ ਹੈ? ਹੰਕਾਰ ਦਾ ਜਲਵਾ, ਮਾਡਰਨ ਈਗੋ। ਕਿਉਂਕਿ ਹਰ ਪਾਸੇ ਹਉਮੈ ਹੈ। ਗੋਰਖਨਾਥ ਅੰਦਰੋਂ ਤੇ ਜਾਣਦਾ ਹੈ ਵੀ ਪਰਿਪੂਰਨ ਨੇ, ਪਰ ਉੱਪਰੋਂ ਗੁਰੂ ਨਾਨਕ ਸਾਹਿਬ ਦੇ ਨਾਲ ਉਹ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਹਰਾ ਦੇਣਾ। ਜੇ ਇਹ ਹਾਰ ਜਾਣ, ਸਾਡੀ ਮਹਿਮਾ ਉੱਤਮ ਹੋਵੇਗੀ। ਮਨ ਹੋ ਮਨ ਮੈਂ ਬਾਣੀ ਮੋਰੀ, ਸੁਨਹੁ ਕਾਨ ਦੇ ਕਹੋਂ ਬੋਰੀ। ਕਹਿੰਦਾ ਜੀ ਮੈਂ ਕੁਝ ਆਖਣ ਲੱਗਿਆ, ਕੰਨ ਦੇ ਕੇ ਸੁਣ। ਆਹ ਸ਼ਬਦ ਤੁਸੀਂ ਬੜੀ ਵਾਰ ਸੁਣਿਆ ਹੋਣਾ ਵੀ ਕੰਨ ਦੇ ਕੇ ਸੁਣ। ਹੁਣ ਸੁਣੀਦਾ ਤੇ ਕੰਨਾਂ ਤੋਂ ਹੀ ਹੈ। ਦੱਸੋ ਅੱਖਾਂ ਨਾਲ ਕੌਣ ਸੁਣਦਾ ਹੈ? ਇਹਦਾ ਭਾਵ ਕੀ ਹੈ? ਲਿਸਨ ਟੂ ਮੀ, ਬੜੇ ਧਿਆਨ ਨਾਲ ਮੇਰੀ ਗੱਲ ਸੁਣ। ਕੰਨ ਤੇ ਸੁਣੀ ਰਹੇ ਆ ਨਾ, ਧਿਆਨ ਦੇ ਕੇ ਸੁਣ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਬਾਬਾ ਤਪਾ ਜੀ, ਪਹਿਲਾਂ ਜੋ ਹੋਇਆ ਸੋ ਪ੍ਰਵਾਨ। ਹੁਣ ਜੋ ਮੈਂ ਆਖਣ ਲੱਗਿਆ ਧਿਆਨ ਨਾਲ ਸੁਣਿਓ, ਕਿਉਂਕਿ ਜੇ ਧਿਆਨ ਤੋਂ ਬਿਨਾਂ ਕੋਈ ਗੱਲ ਸੁਣੀ ਆ, ਮੁੜ ਕੇ ਹੀ ਨਹੀਂ ਪਤਾ ਲੱਗਦਾ ਵੀ ਸੁਣਿਆ ਕੀ ਸੀ। ਬੜੀ ਵਾਰ ਹੁੰਦਾ ਹੈ ਕਥਾ ਸੁਣਦਿਆਂ ਕਈ ਵਾਰ ਧਿਆਨ ਸਾਡਾ ਇੱਧਰ ਉੱਧਰ ਚਲਿਆ ਜਾਂਦਾ। ਕੋਈ ਸਵਾਲ ਪੁੱਟ ਹੋਇਆ ਸੀ, ਜਵਾਬ ਵੇਲੇ ਜਦੋਂ ਵਾਪਸ ਆਏ ਫਿਰ ਸੋਚਿਆ ਵੀ ਆਹ ਗੱਲ ਕਿਹੜੀ ਦਾ ਜਵਾਬ ਆ ਗਿਆ, ਇਹ ਤੇ ਪਤਾ ਹੀ ਨਹੀਂ, ਮੈਨੂੰ ਮਿਸ ਹੋ ਗਿਆ ਨਾ ਕੰਮ। ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਕਰਕੇ ਗੋਰਖਨਾਥ ਸਿੱਧ ਮੰਡਲੀ ਵਿੱਚ ਕਹਿੰਦਾ, ਇਹ ਤਪਾ ਜੀ ਮੇਰੀ ਗੱਲ ਧਿਆਨ ਦੇ ਨਾਲ ਸੁਣੋ। ਸਭ ਸਿੱਧਨ ਕੋ ਅਧਿਪਤ ਬਨੀਏ, ਸਭ ਪਰ ਨਿਜ ਆਇਸ ਕੋ ਭਨੀਏ। ਮੈਂ ਚਾਹੁੰਦਾ ਵੀ ਤੁਸੀਂ ਮੇਰੀ ਸਿੱਧ ਮੰਡਲੀ ਦੇ ਅਧੋਪਤ ਕਹਿ ਲੋ, ਮੁਖੀ ਸਟਾਰ, ਇਹਨਾਂ ਦੇ ਮੁਖੀ ਹੈ ਸਾਰਿਆਂ ਦੇ, ਵੀ ਤੁਸੀਂ ਸਿੱਧਾਂ ਦੇ ਮੁਖੀ ਬਣ ਜਾਓ। ਸਮਝ ਲਓ ਰਾਜੇ ਵੀ ਸਾਰੇ ਸਿੱਧ ਤੁਹਾਡੇ ਅਧੀਨ ਚੱਲਣਗੇ, ਸਾਰੇ ਤੁਹਾਡਾ ਹੁਕਮ ਮੰਨਣਗੇ, ਜੋ ਤੁਸੀਂ ਕਹੋਗੇ ਉਹ ਹੀ ਕਰਨਗੇ। ਇਹ ਕੀ ਹੈ? ਇੱਕ ਲਾਲਚ। ਅਜੋਕੇ ਸਮੇਂ ਦੀ ਰਾਜਨੀਤੀ ਵਿੱਚ ਵੀ ਇਦਾਂ ਹੀ ਕੀਤਾ ਜਾਂਦਾ ਹੈ। ਸ਼ਾਇਦ ਸਾਨੂੰ ਲੋਕਾਂ ਨੂੰ ਸਮਝ ਨਹੀਂ ਲੱਗਦੀ। ਸਿਆਸਤਦਾਨ ਵੇਖ ਲੈਂਦੇ ਆ ਵੀ ਆਹ ਕਲਾਕਾਰ ਵਧੀਆ ਗਾਉਂਦਾ ਹੈ, ਇਹਦੀ ਚੰਗੀ ਪਹੁੰਚ ਹੈ, ਆਹ ਆਰਟਿਸਟ ਚੰਗੇ ਕੰਮ ਕਰਦਾ ਹੈ, ਚੰਗੀ ਥਾਂ ਜਾ ਸਕਦਾ ਹੈ, ਆਹ ਸਿਆਸਤਦਾਨ ਆਉਣ ਵਾਲੇ ਸਮੇਂ ਵਿੱਚ CM ਬਣ ਸਕਦਾ ਹੈ, ਮੁੱਖ ਮੰਤਰੀ ਬਣ ਸਕਦਾ, ਲਿਆਕਤ ਵੱਡੀ ਹੈ। ਉਹਨੂੰ ਉਲਝਾਇਆ ਕਿਵੇਂ ਜਾਊ? ਜਾਂ ਤੇ ਕੇਸ ਪਾ ਦਿੱਤੇ ਜਾਣਗੇ, ਜਾਂ ਸਮਝੌਤਾ ਕਰਕੇ ਕੋਈ ਚੇਅਰਮੈਨੀ ਇਹੋ ਜਿਹੀ ਟੁੱਟੀ ਭੱਜੀ ਆਫਰ ਕਰ ਦੇਣੀ ਵੀ ਜਾਂ ਤੈਨੂੰ ਫਲਾਣਾ ਡਿਪਾਰਟਮੈਂਟ ਦਿੱਤਾ, ਤੂੰ ਮੰਤਰੀ ਬਣ ਜਾ। ਉਲਝ ਗਿਆ ਅਗਲਾ। ਤੇ ਜਿਹੜੀ ਉਹਦੀ ਮੁੱਖ ਕਮਾਂਡ ਸੀ, ਜਿਹੜੀ ਮੇਨ ਥਾਂ ਸੀ ਜਿੱਥੇ ਉਹਨੇ ਪਹੁੰਚਣਾ ਸੀ, ਉਹ ਮਿਸਿੰਗ ਹੋ ਗਈ ਹੈ। ਕਮਾਂਡ ਹੀ ਮਿਸ ਹੋ ਗਈ। ਉਹ ਚਾਹੁੰਦਾ ਸੀ ਮੁੱਖ ਮੰਤਰੀ ਬਣਨਾ, ਖਜ਼ਾਨਾ ਮੰਤਰੀ ਬਣਾ ਕੇ ਬਿਠਾਤਾ, ਇੱਧਰ ਉੱਧਰ ਰੋਲ ਕੇ ਰੱਖਤਾ, ਉੱਥੇ ਨਹੀਂ ਪਹੁੰਚਿਆ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਸਿੱਧ ਜਾਣਦਾ ਪਰ ਰਾਜਨੀਤੀ ਖੇਡਦਾ। ਕੀ ਗੋਰਖ ਰਾਜਨੀਤੀ ਨਹੀਂ ਖੇਡਦਾ ਸੀ? ਉਹ ਇਹਦੇ ਕੋਲ ਵੱਡੇ ਵੱਡੇ ਰਾਜੇ ਬੈਠੇ ਆ, ਗੋਪੀ ਚੰਦ, ਭਰਥਰੀ, ਰਾਜੇ ਹੀ ਤੇ ਸੀ ਇਹ। ਰਾਜਨੀਤੀ ਵਿੱਚ ਮਾਹਰ ਸੀ ਗੋਰਖਨਾਥ। ਰਾਜਨੀਤੀ ਖੇਡ ਕੇ ਕਹਿੰਦਾ ਮੈਂ ਤੁਹਾਨੂੰ ਸਾਰੇ ਸਿੱਧਾਂ ਦਾ ਮਾਲਕ ਬਣਾ ਦਿੰਦਾ, ਮਤਲਬ ਮੈਂ ਉਸ ਦਾਇਰੇ ਤੋਂ ਬਾਹਰ ਹਾਂ ਵੀ ਜਿਹੜੇ ਸਿੱਧ ਤੁਹਾਡਾ ਪਾਣੀ ਭਰਨਗੇ ਨਾ, ਮੈਂ ਨਹੀਂ ਹੋਵਾਂਗਾ ਵਿੱਚ, ਮੈਂ ਤੇ ਬਣਾਉਣ ਵਾਲਾ, ਮੈਂ ਤੇ ਮੁੱਖ ਹਾਂ, ਮੈਂ ਹੀ ਤੇ ਸਾਰਾ ਕੁਝ ਕੀਤਾ। ਗੁਰੂ ਨਾਨਕ ਸਾਹਿਬ ਨੂੰ ਬੜੀ ਚਲਾਕੀ ਨਾਲ ਕਹਿੰਦਾ। ਹੁਣ ਜੇ ਆਮ ਧਿਆਨ ਨਾਲ ਸੋਚੀਏ, ਬੰਦਾ ਕਹਿੰਦਾ ਵੀ ਐਡੇ ਸਿੱਧਾਂ ਦਾ ਮੈਂ ਗੁਰੂ ਹੋ ਜਾਊਂਗਾ, ਇਹ ਮੇਰੀ ਪੂਜਾ ਕਰਨਗੇ, ਮੈਨੂੰ ਹੋਰ ਕੀ ਚਾਹੀਦਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਏਮ ਨਹੀਂ ਹੈ। ਬੜੇ ਹਲੀਮੀ ਨਾਲ, ਪਿਆਰ ਨਾਲ ਗੁਰੂ ਸਾਹਿਬ ਸਾਹਮਣੇ ਪੇਸ਼ ਹੁੰਦਾ, ਕਹਿੰਦਾ ਬਾਬਾ ਇਹ ਸਿੱਧ ਤੁਹਾਡੀ ਆਗਿਆ ਮੰਨਿਆ ਕਰਨਗੇ, ਤੁਹਾਡੇ ਕਹਿਣੇ ਵਿੱਚ ਚੱਲਿਆ ਕਰਨਗੇ, ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੀ ਮਹਿਮਾ ਹੋਵੇਗੀ। ਮੁੰਡਾ ਪਹਿਰੋ ਝੋਲੀ ਲੀਜੈ, ਅੰਗ ਵਿਭੂਤ ਮਲਨ ਕੋ ਕੀਜੈ। ਪਰ ਇੱਕੋ ਹੀ ਕੰਮ ਕਰਨਾ ਪੈਣਾ, ਕੰਨ ਵਿੱਚ ਪਾ ਲਓ ਮੁੰਦਰਾਂ, ਹੱਥ ਵਿੱਚ ਫੜ ਲਓ ਝੋਲੀ ਭੀਖ ਮੰਗਣ ਵਾਸਤੇ, ਤੇ ਤਨ ਤੇ ਮਲ ਲਓ ਸਵਾਹ। ਦੇਖੋ ਰੁਤਬਾ ਕੋਈ ਛੋਟਾ ਨਹੀਂ ਹੈ। ਕਿੰਨੇ ਸਿੱਧ ਬੈਠੇ ਆ, 84 ਤੇ ਮੁੱਖ ਨੇ, ਬਾਕੀ ਹਜ਼ਾਰਾਂ ਨੇ।
ਹਜ਼ਾਰਾਂ ਦੇ ਗੁਰੂ ਬਣਨਾ, ਪਰ ਉਹਨੇ ਇੱਕ ਚਲਾਕੀ ਰੱਖ ਲਈ ਵੀ ਹਜ਼ਾਰਾਂ ਦੇ ਵਿੱਚ ਗੋਰਖਨਾਥ ਚੇਲਾ ਨਹੀਂ ਹੋਏਗਾ। ਜੇ ਤੁਸੀਂ ਇਹਨਾਂ ਦੇ ਗੁਰੂ ਹੋਵੋਗੇ, ਚਲਾਕੀ ਕੀ ਹੈ? ਤੁਹਾਡਾ ਗੁਰੂ ਫਿਰ ਮੈਂ ਆਖੋ ਸਤਨਾਮ। ਬਾਤੀ ਨਾ ਗੱਲ ਕਰਦਾ ਨਾ ਰੂਟ ਡਾਇਵਰਟ। ਇਹੀ ਤੇ ਸਿੱਧ ਕਹਿੰਦੇ ਸੀ ਸਾਡੇ ਗੁਰੂ ਨੂੰ ਗੁਰੂ ਆਖੋ, ਗੋਰਖ ਦੀ ਜੈ ਆਖੋ, ਤੇ ਉਹਨੇ ਗੋਰਖਨਾਥ ਨੇ ਵੀ ਗੱਲ ਘੁਮਾ ਫਰਾ ਕੇ ਵੀ ਕਰਦੇ। ਅੱਜ ਆਪਾਂ ਤੁਰੇ ਫਿਰਦੇ ਆ ਨਾ, ਫਲਾਣੀ ਸਰਕਾਰ, ਫਲਾਣੀ ਪਾਰਟੀ ਕਹਿੰਦੀ ਆਹ ਮੁਫਤ ਦੇ ਦਿਆਂਗੇ। ਘਰੋਂ ਕੌਣ ਦਿੰਦਾ ਹੈ? ਸਾਡੇ ਹੀ ਤੇ ਟੈਕਸ ਨੇ, ਅਸੀਂ ਉਹ ਭਰਦੇ ਆ। ਸਵੇਰ ਤੋਂ ਲੈ ਕੇ, ਸਵੇਰ ਦੇ ਪੀਣ ਵਾਲੇ ਪਾਣੀ ਤੋਂ ਲੈ ਕੇ ਰਾਤ ਦੇ ਸੌਣ ਵੇਲੇ ਤੇ ਦੁੱਧ ਤੱਕ ਟੈਕਸ ਭਰੀਦਾ ਹਰ ਚੀਜ਼ ਉੱਤੇ। ਤੇ ਸਾਨੂੰ ਕੀ ਦੇ ਸਕਦਾ ਕੋਈ ਫਰੀ? ਉਹ ਅਲੱਗ ਗੱਲ ਆ ਵੀ ਉਲਝਾਇਆ ਗਿਆ, ਭਰਮਾਇਆ ਗਿਆ। ਗੋਰਖ ਇਹੀ ਨੀਤੀ ਖੇਡਦੇ, ਇਹਨੂੰ ਕਹਿੰਦੇ ਰਾਜਨੀਤੀ, ਰਾਜਿਆਂ ਦੀ ਨੀਤੀ। ਕਹਿੰਦਾ ਤੁਸੀਂ ਸਾਰਿਆਂ ਦੇ ਮਾਲਕ ਹੋ ਜਾਓਗੇ, ਸਭ ਤੁਹਾਡੀ ਆਗਿਆ ਚ ਰਜਾ ਚਰਿਆ ਕਰਨਗੇ। ਮੁੰਦਰਾਂ ਪਾ ਲਓ। ਹੁਣ ਮੁੰਦਰਾਂ ਕਿਹਨੇ ਪਵਾਉਣੀਆਂ ਜੀ? ਗੋਰਖ ਨੇ। ਮਤਲਬ ਗੁਰੂ ਨਾਨਕ ਸਾਹਿਬ ਤੋਂ ਆਪ ਇੱਕ ਕਦਮ ਉੱਚਾ ਰਹਿਣਾ ਚਾਹੁੰਦਾ ਹੈ, ਪਰ ਗੱਲਾਂ ਵਿੱਚ ਉਹ ਵੱਡਾ ਬਣਦਾ ਏ। ਥਾ ਆਪਣੇ ਦੇਹ ਹੰਡਾਵੋ, ਸਿੱਧ ਜਮਾਤੀ ਮੇਹ ਅਬਿਆਵੋ। ਸਿੱਧਾਂ ਦੀ ਜਮਾਤ ਵਿੱਚ ਆ ਜੋ, ਤਾਨੇ ਉੱਤੇ ਪਾ ਲੋ ਖਿੰਥਾ। ਖਿੰਥਾ ਨਾਮ ਹੈ ਗੋਦੜੀ ਦਾ। ਚੋਲਾ ਨਹੀਂ ਪਾਉਣਾ। ਗੋਦੜੀ ਕਿਹੋ ਜਿਹੀ ਹੁੰਦੀ ਹੈ? ਆ ਤੁਸੀਂ ਬਾਰਦਾਨਾ ਵੇਖਿਆ ਨਾ, ਕਣਕ ਭਰਨ ਵਾਲਾ, ਝੋਨਾ ਭਰਨ ਵਾਲਾ, ਮਤਲਬ ਬਾਰਦਾਨਾ, ਬੋਰੀਆਂ ਵਰਗਾ ਕੱਪੜਾ ਪਾਉਣਾ, ਉਹਨੂੰ ਕਹਿੰਦੇ ਗੋਦੜੀ। ਬੜੇ ਸਾਧੂ ਤੁਹਾਨੂੰ ਅੱਜ ਵੀ ਮਿਲ ਜਾਣਗੇ ਪੰਜਾਬ ਵਿੱਚ, ਹਿੰਦੁਸਤਾਨ ਵਿੱਚ, ਜਿਹੜੇ ਤਨ ਤੇ ਕੱਪੜੇ ਨਹੀਂ ਪਾਉਂਦੇ, ਸਿਰਫ ਬੋਰੀ ਪਾ ਕੇ ਰੱਖਦੇ। ਸੌਖਾ ਨਹੀਂ ਹੈ ਇਹ। ਬੜੇ ਸਾਧੂ ਤੁਰੇ ਫਿਰਦੇ ਆ ਇਸ ਧਰਤੀ ਤੇ, ਨੰਗੇ ਪੈਰ ਰਹਿੰਦੇ ਆ, ਬੋਰੀ ਪਾ ਕੇ। ਮੈਂ ਕਹਿੰਦਾ 5 ਮਿੰਟ ਪਾ ਲਓ, ਅਲਰਜੀ ਸ਼ੁਰੂ ਹੋ ਜਾਣੀ ਆ ਸਕਿਨ ਤੇ ਬਾਰਦਾਨੇ ਦੀ। ਕਹਿੰਦਾ ਜੀ ਗੋਦੜੀ ਪਾ ਲਓ। ਤੁਸੀਂ ਗੋਦੜੀ ਪਾ ਕੇ ਬੈਠੋ, ਗਲ 'ਚ ਪਾ ਲਓ ਝੋਲੀ ਪੱਲਾ ਪਾ ਕੇ, ਮੰਗੋਗੇ ਵੱਡੇ ਹੋਵੋਗੇ, ਕਿਉਂਕਿ ਇੰਨਾ ਹਉਮੈ ਨਹੀਂ ਆਏਗੀ। ਗੁਰੂ ਸਾਹਿਬ ਨਾ ਸੁਣ ਕੇ ਹੱਸੀ ਜਾਣ। ਹੁਣ ਸਾਰੇ ਸਿੱਧ ਬੈਠੇ ਆ ਜੀ ਇੱਥੇ। ਅੱਜ ਇਹ ਨਹੀਂ ਆ ਵੀ ਮਿਸਿੰਗ ਨੇ 5-7 ਇੱਧਰ ਉੱਧਰ ਗਏ, ਸਾਰੇ ਬੈਠੇ ਸੀ, ਕਿਉਂਕਿ ਗੁਰੂ ਦੇ ਭੀੜ ਬਣੀ ਹੋਈ ਹੈ। ਗੁਰੂ ਦਾ ਆਖਰੀ ਦਾ ਏ। ਉਹ ਇਹ ਦਾ ਖੇਡਦਾ ਹੈ ਵੀ ਜੇ ਇੱਥੇ ਅੱਜ ਮੈਂ ਜਿੱਤ ਗਿਆ ਤੇ ਸਦਾ ਲਈ ਬਾਬਾ ਨਾਨਕ ਮੇਰਾ ਸੇਵਕ ਹੋ ਜਾਏਗਾ। ਇੱਕ ਲਾਲਚ, ਇੱਕ ਵੱਡਪਣ ਦੀ ਗੱਲ ਕੀਤੀ ਜਾ ਰਹੀ ਹੈ। ਤੇ ਸਾਨੂੰ ਕੋਈ ਇਹ 4 ਚੀਜ਼ਾਂ ਆਫਰ ਕਰੇ, ਅਸੀਂ ਖੁਸ਼ ਹੋ ਜਾਂਦੇ ਹਾਂ। ਉਹਨੇ ਮੈਨੂੰ ਆਹ ਦੇਤਾ। ਸੋਚੋ ਤੇ ਸਹੀ, ਸਾਨੂੰ ਘਰ ਬੈਠਿਆਂ ਨੂੰ, ਵਿਹਲਿਆਂ ਨੂੰ 4 ਪੈਸੇ ਕੋਈ ਦੇ ਦੇਗਾ, ਆਖੇ ਕੰਮ ਕਰਨ ਦੀ ਲੋੜ ਨਹੀਂ, ਮੰਨਿਆ ਠੀਕ ਲੱਗਦਾ ਕੁਝ ਸਮੇਂ ਲਈ, ਪਰ ਉਹ ਲੋਕ ਸਾਡੇ ਬੱਚਿਆਂ ਨੂੰ ਅਪਾਹਜ ਬਣਾਉਣਗੇ ਵੀ ਕੰਮ ਨਹੀਂ ਕਰ ਸਕਦੇ। ਹੁਣ ਜਿਹੜੇ ਬੰਦੇ ਨੂੰ ਵਿਹਲੀਆਂ ਰੋਟੀਆਂ ਪਾੜਨ ਦੀ ਆਦਤ ਪੈ ਜੇ ਜੀ, ਉਹ ਕੰਮ ਕਰ ਸਕਦਾ ਨਹੀਂ ਨਾ। ਅੱਜ ਪੰਜਾਬ ਪਿੰਗਲਾ ਹੁੰਦਾ ਜਾ ਰਿਹਾ ਹੈ, ਇਸ ਪਾਸੇ ਸਾਰੇ ਤੁਰੇ ਹੋਏ ਆ। ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਇਹ ਆਫਰ ਕਰ ਦਿੱਤਾ। ਕਹਿੰਦੇ ਪਾਤਸ਼ਾਹ, ਗਰੀਬ ਨਵਾਜ਼, ਇਹ ਆਪਣੇ ਸ਼ਬਦ ਨੇ, ਉਹ ਤੇ ਬੱਚਾ ਕਹਿ ਕੇ ਬੋਲਦੇ ਆ। ਕਹਿੰਦੇ ਬਾਬਾ ਮੰਨ ਲੈ ਗੱਲ, ਝੋਲੀ ਪਾ ਲਾ, ਖਿੰਥਾ ਪਾ ਲੈ, ਇਹਨਾਂ ਦੀ ਜਮਾਤ 'ਚ ਬੈਠਿਆ ਕਰ। ਜਮਾਤ ਮਤਲਬ ਕਲਾਸ। ਤੁਸੀਂ 10 ਬੰਦੇ ਬੈਠੇ ਹੋ, ਜਮਾਤੀ ਹੋ, ਕਲਾਸਮੇਟ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜਮਾਤੀ ਬਣ ਜਾਓ, ਹਮ ਜਮਾਤੀ ਹੋ ਜਾਓ ਇਹਨਾਂ ਦੇ, ਪਰ ਹੋਵੋਗੇ ਵੱਡੇ। ਹੁਣ ਜਿਵੇਂ ਆਪਾਂ ਕਲਾਸਾਂ ਵਿੱਚ ਵੇਖਦੇ ਹਾਂ, ਹਰ ਕਲਾਸ ਵਿੱਚ ਛੋਟੀ ਵੱਡੀ ਇੱਕ ਮੋਨੀਟਰ ਹੁੰਦਾ ਹੈ ਤੇ ਉਹ ਵੀ ਫੀਸ ਭਰਦਾ ਵਿਚਾਰਾ। ਇਹ ਤਾਂ ਨਹੀਂ ਵੀ ਜੇ ਕੋਈ ਕਲਾਸ ਦਾ ਮੋਨੀਟਰ ਬਣ ਗਿਆ, ਉਹਦੀ ਪੂਛ ਤੇ ਛੱਜ ਬੰਨ੍ਹਤਾ ਵੀ ਤੂੰ ਖਾਸ ਹੈ, ਤੂੰ ਵੱਡਾ ਹੈ, ਵੀ ਉਹਨੂੰ ਕਿਹੜਾ ਡਰੈਸ ਫ੍ਰੀ ਮਿਲਦੀ ਹੈ ਜਾਂ ਸ਼ੂਜ਼ ਫ੍ਰੀ ਮਿਲਦੇ ਆ, ਜਾਂ ਉਹ ਫੀਸ ਨਹੀਂ ਭਰਦਾ। ਕਰਨਾ ਸਾਰਾ ਕੁਝ ਹੀ ਪੈਂਦਾ ਹੈ, ਬਸ ਇੱਕ ਨਾ ਫੂਕ ਛਕਾਈ ਹੁੰਦੀ ਹੈ। ਉਹ ਟੀਚਰਾਂ ਨੇ ਕੰਮ ਸੌਖਾ ਕੀਤਾ ਹੁੰਦਾ, ਮੋਨੀਟਰ ਦੀ ਡਿਊਟੀ ਲਾ ਦਿੰਦੇ, ਕਹਿੰਦੇ ਬਾਈ ਮੇਰੇ ਆਉਣ ਤੋਂ ਪਹਿਲਾਂ ਕਾਪੀਆਂ ਚੈੱਕ ਕਰ ਲਈ। ਕਹਿੰਦਾ ਠੀਕ ਹੈ ਜੀ। ਆਪ ਵਿਚਾਰੇ ਕੀ ਕਰਦੇ ਆ? WhatsApp ਤੇ। ਹੁਣ ਸਿਰਦਰਦੀ ਕਿਹਦੀ ਹੈ? ਜਿਹੜਾ ਮੁਖੀਆ ਬਣਾਇਆ ਹੋਇਆ। ਕਹਿੰਦੇ ਇਸ ਜਮਾਤ ਦੇ ਤੁਸੀਂ ਮੁਖੀਏ ਬਣ ਜਾਓ, ਮਤਲਬ ਤਰਤੀਬ 'ਚ ਰੱਖਿਓ ਇਹਨਾਂ ਜਮਾਤੀਆਂ ਨੂੰ, ਇਹਨਾਂ ਸਿੱਧਾਂ ਨੂੰ। ਤੁਹਾਡੇ ਕਹਿਣੇ ਤੋਂ ਬਾਹਰ ਨਹੀਂ ਕੋਈ ਚੱਲੂਗਾ। ਕਿਸੇ ਬੰਦੇ ਦੀ ਤਰੱਕੀ ਖਤਮ ਕਰਨੀ ਹੈ ਨਾ, ਉਹਨੂੰ ਪ੍ਰਧਾਨ ਬਣਾ ਦਿਓ, ਮੁਖੀਆ ਬਣਾ ਦਿਓ। ਉਹ ਅੱਗੇ ਸੋਚ ਹੀ ਨਹੀਂ ਸਕਦਾ ਵਿਚਾਰਾ, ਉੱਥੇ ਉਲਝ ਕੇ ਰਹਿ ਜਾਂਦਾ ਵੀ ਮੈਂ ਆਹ ਕਰਨਾ, ਹੁਣ ਮੈਂ ਆਹ ਕਰਨਾ, ਮੈਨੂੰ ਆਹ ਟਾਰਗੇਟ ਮਿਲਿਆ, ਮੈਨੂੰ ਆਹ ਮਿਲਿਆ। ਉਹ ਅੱਗੇ ਜਾ ਹੀ ਨਹੀਂ ਸਕਦਾ ਕਦੇ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਅੰਦਰੋਂ ਅੰਦਰ ਸਿੱਧ ਭੈ ਖਾਂਦੇ ਆ, ਡਰਦੇ ਆ, ਉਹ ਚਲਾਕੀ ਖੇਡਦੇ ਆ।
ਤੁਸੀਂ ਇਹ ਵੇਖੋ ਵੀ ਮੇਰੇ ਸਤਿਗੁਰੂ ਕਿੰਨੇ ਸਿਆਣੇ ਉਹਨਾਂ ਤੋਂ ਹੋਗੇ, ਉਹਨਾਂ ਦੀ ਹਰ ਗੱਲ ਨੂੰ ਦਿਲੋਂ ਵਾਚਦੇ ਹਨ। ਲੇਹੋ ਭੰਡਾਰ ਹਮ ਤੀ ਖਾਵੋ, ਸਿੰਘੀ ਮੁਖ ਤੇ ਨਾਦ ਬਜਾਵੋ। ਕੁਝ ਗੁਣ ਦੱਸਦਾ ਹੈ, ਕਹਿੰਦਾ ਸਿੰਘੀ ਨਾਦ ਵਜਾਉਣਾ ਹੈ, ਮਤਲਬ ਸ਼ੰਖ ਵਾਂਗੂ ਆਵਾਜ਼ ਦੇਣੀ ਹੈ। ਇੱਕ ਸਾਜ਼ ਮਤਲਬ ਗਾਂ ਦਾ ਸਿਰ ਹੁੰਦਾ ਜਾਂ ਕੁਝ ਹੋਰ, ਉਹਨੂੰ ਸਿੰਘੀ ਕਹਿੰਦੇ, ਹਿਰਨ ਦਾ ਸਿਰ ਵਜਾਉਣਾ ਹੈ। ਤੇ ਸਾਡੇ ਭੰਡਾਰਿਆਂ 'ਚੋਂ ਰੋਟੀ ਖਾਇਆ ਕਰੋ। ਇਹ ਗੱਲ ਦੱਸੋ, ਤੁਸੀਂ ਕਿਸੇ ਕੋਲ ਰੋਟੀ ਖਾ ਰਹੇ ਹੋ, ਤੁਹਾਨੂੰ ਕੋਈ ਖਵਾ ਰਿਹਾ ਹੈ, ਨਾ ਚਾਹ ਕੇ ਵੀ ਤੁਹਾਨੂੰ ਗੱਲ ਮੰਨਣੀ ਪੈਣੀ ਹੈ, ਮੰਨਣੀ ਪੈਣੀ। ਮੰਨ ਲਓ ਕਿਸੇ ਢਾਬੇ ਤੇ ਬੈਠੇ ਹੋ ਤੁਸੀਂ, ਤੁਹਾਡਾ ਬਿੱਲ ਤੁਹਾਡੇ ਦੋਸਤ ਨੇ ਪੇ ਕਰਤਾ, ਤੁਹਾਨੂੰ ਪਤਾ ਵੀ ਅੱਜ ਵੀ ਇਹਨੇ ਕਰਨਾ ਹੈ, ਸੱਚੀ ਦੱਸਿਓ, ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਹੋ ਮੈਂ ਪਨੀਰ ਭੁਰਜੀ ਖਾਣੀ ਹੈ, ਮਾਰ ਨਾਲ ਆਈਸਕ੍ਰੀਮ ਆਉਣ ਦਿਓ 4 ਪਲੇਟਾਂ, ਕਹਿ ਸਕਦੇ? ਨਹੀਂ। ਆਪਣੀ ਜੇਬ ਚੋਂ ਲਾਵਾਂਗੇ, ਕਹਿ ਸਕਦੇ। ਜਦੋਂ ਦੂਜਾ ਲਾਵੇ ਦਿਲ ਘਟਦਾ ਉਸ ਵੇਲੇ, ਯਾਰ ਕੀ ਕਰੇਗਾ। ਅਗਲਾ ਕਹਿੰਦਾ ਆਹ ਖਾ ਲਓ, ਕਹਿੰਦਾ ਨਹੀਂ ਨਹੀਂ ਸਸਤਾ ਜਿਹਾ ਵੇਖੋ, ਕੁਛ ਹੋਰ ਘੱਟ ਵਾਲਾ ਵੇਖੋ, ਔਖਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਸਾਡੇ ਭੰਡਾਰਿਆਂ 'ਚੋਂ ਖਾਓ, ਮਤਲਬ ਜੇ ਅਸੀਂ ਇਹਨਾਂ ਦਾ ਭੰਡਾਰਾ ਸਾਂਝਾ ਕਰਾਂਗੇ, ਮਤਲਬ ਗੁਰੂ ਸਾਹਿਬ ਉੱਥੋਂ ਰੋਟੀ ਖਾਣ, ਕੀ ਬੋਲ ਸਕਦੇ ਉਹਦੇ ਵਿਰੁੱਧ? ਨਹੀਂ, ਬਾਣੀ ਤੇ ਕਹਿੰਦੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਜਿਹਦਾ ਖਾਈਏ ਉਹਦੇ ਗੁਣ ਵੀ ਗਾਈਏ, ਉਹਨੂੰ ਮਾੜਾ ਨਾ ਕਹੀਏ। ਚਲਾਕੀ ਚਾਰੇ ਪਾਸੇ ਤੋਂ ਖੇਡ ਰਹੇ ਸਿੱਧਾਂ ਦੀ। ਐਵੇਂ ਥੋੜਾ ਵੀ ਗੁਰੂ ਨਾਨਕ ਸਾਹਿਬ ਗਏ ਆ ਤੇ ਸਿੱਧ ਗੁਰੂ ਨਾਲ ਬਹਿਸ ਕਰਦੇ ਆ, ਕਿਹੜੇ ਪੱਤਰ ਤੇ ਕਰ ਰਹੇ ਆ, ਇਹ ਤੁਸੀਂ ਸਮਝ ਸਕਦੇ ਹੋ ਜਿਹੜੇ ਰੋਜ਼ ਸੁਣਦੇ ਹੋ ਵੀ ਉਹ ਕਿੱਥੇ ਤੱਕ ਚਲਾਕੀ ਆ ਉਹਨਾਂ ਦੀ, ਕਿੱਥੇ ਤੱਕ। ਵੀ ਜਦੋਂ ਗੁਰੂ ਸਾਹਿਬ ਸਾਡੇ ਭੰਡਾਰੇ 'ਚੋਂ ਰੋਟੀ ਖਾਣਗੇ, ਸ਼ੰਖ ਨਾਦ ਵਜਾਉਣਗੇ, ਤੇ ਫਿਰ ਗੋਰਖ ਨੂੰ ਤੇ ਪੁੱਛਣ ਆਉਣਗੇ ਨਾ ਵੀ ਅੱਜ ਫਲਾਣੇ ਸਿੱਧ ਨੂੰ ਆ ਸਿੱਧੀ ਦਿਆਂ ਜਾਂ ਨਾ ਦਿਆਂ। ਅਬਜ਼ਰਵਰ ਬਣ ਗਿਆ ਨਾ ਗੋਰਖਨਾਥ, ਮੁਖੀਆ ਬਣਿਆ ਫਿਰਦਾ ਨਾ ਆਪ। ਸਤਿਗੁਰੂ ਸਭ ਜਾਣਦੇ ਸੀ ਇਹ ਕਿੱਥੇ ਬੋਲਦਾ ਏ। ਦੋਹਰ ਹਾਥ ਵਿਖੇ ਡੰਡਾ ਗਹੋ, ਕਰ ਸਿੱਧਨ ਪ੍ਰਤੀਤ। ਗੁਰੂ ਸਾਹਿਬ ਨੂੰ ਅਗਲਾ ਸਵਾਲ ਜਵਾਬ ਜਾ ਕਰਕੇ ਕਹਿੰਦਾ ਬਾਬਾ ਇੱਥੋਂ ਤੱਕ ਵਸ ਨਹੀਂ, ਹੱਥ ਵਿੱਚ ਡੰਡਾ ਰੱਖੋ। ਡੰਡਾ ਕਿਹਦੇ ਹੱਥ 'ਚ ਹੁੰਦਾ? ਮੁਖੀ ਦੇ ਹੱਥ 'ਚ। ਅੱਗੇ ਨਾ ਪਰਿਵਾਰਾਂ ਦੇ ਮੁਖੀ ਹੁੰਦੇ ਸੀ, ਮੁਖੀਆ ਕਿਹਨੂੰ ਕਹਿੰਦੇ ਸੀ? ਕਿਸੇ ਸੀਰੀਅਲ 'ਚ ਦੇਖ ਲਿਓ, ਕਿਉਂਕਿ ਅੱਜ ਕੱਲ੍ਹ ਵਾਹ ਇਹਨਾਂ ਨਾਲ ਜ਼ਿਆਦਾ ਪੈਂਦਾ ਹੈ। ਮੁਖੀਆ ਜੀ ਦੇ ਹੱਥ ਸੋਟੀ ਹੁੰਦੀ ਹੈ, ਬਜ਼ੁਰਗ ਜਿਹਾ। ਕਹਿੰਦੇ ਬਾਬਾ ਹੱਥ 'ਚ ਡੰਡਾ ਰੱਖੋ, ਪ੍ਰਤੀਤ ਵਿੱਚ ਰਹੋ, ਵੀ ਤੁਹਾਡੇ ਡੰਡੇ ਦੇ ਮੁਤਾਬਕ ਸਿੱਧ ਚੱਲਣਗੇ। ਡੰਡੇ ਦੇ ਮੁਤਾਬਕ ਦੇਖੋ, ਕੋਈ ਮੱਝਾਂ ਚਾਰਦਾ ਹੈ, ਗਾਵਾਂ ਚਾਰਦਾ ਹੈ, ਭੇਡਾਂ ਬੱਕਰੀਆਂ ਚਾਰਦਾ ਹੈ, ਉਹਦੇ ਮਾਲਕ ਦੀ ਨਿਸ਼ਾਨੀ ਕੀ ਹੈ? ਡੰਡਾ ਹੱਥ 'ਚ। ਜਿਹਦੇ ਹੱਥ ਲਾਠੀ ਉਸੇ ਕੀ ਭੈਂਸ ਹੈ, ਉਸੇ ਦੀ ਗਾਂ ਮੱਝ ਹੈ। ਕਹਿੰਦਾ ਜੀ ਹੱਥ 'ਚ ਡੰਡਾ ਫੜ ਲਓ, ਸਿੱਧ ਤੁਹਾਡੇ ਤੋਂ ਡਰਦੇ ਰਹਿਣਗੇ। ਭਾਵ ਡੰਡੇ ਤੋਂ ਕੀ ਹੈ? ਵੀ ਤੁਹਾਡਾ ਹੁਕਮ ਮੰਨਣਗੇ, ਤੁਹਾਡੇ ਤੋਂ ਬਾਹਰ ਨਹੀਂ ਜਾਣਗੇ। ਤੁਸੀਂ ਜਿਹਨੂੰ ਮਰਜ਼ੀ ਸਜ਼ਾ ਦਿਓ, ਜਿਹਨੂੰ ਮਰਜ਼ੀ ਜੋ ਕਹੋ, ਇਹ ਤੇ ਕਰਾਮਾਤੀ ਬੰਦੇ ਆ, ਦਿਨੇ ਤਾਰੇ ਤੋੜਨ ਵਾਲੇ ਆ, ਇਹ ਤੁਹਾਡੇ ਅਧੀਨ ਰਹਿਣਗੇ। ਬੜੀ ਵੱਡੀ ਗੱਲ ਆ ਜੀ। ਇੱਥੇ ਕਿਸੇ ਨੂੰ ਐਨੀ ਆਫਰ ਮਿਲਦੀ, ਹੁਣ ਬੰਦਾ ਕਹਿੰਦਾ ਲੈ ਮੈਂ ਯਾਰ ਧਰਮ ਤੋਂ ਕੀ ਲੈਣਾ, ਮੈਨੂੰ ਤੇ ਆਹ ਕੁਛ ਮਿਲਦਾ। ਗੁਰੂ ਸਾਹਿਬ ਨੂੰ ਨੇ ਸਵਾਲ ਕਈ ਕੀਤੇ ਤੇ ਮਹਾਰਾਜ ਨੇ ਜਵਾਬ ਵੀ ਦੇ ਦਿੱਤਾ। ਕਹਿੰਦੇ ਜੀ ਹੋਲੀ ਸੋਲੀ ਇੰਚਾਰਜ ਤੁਸੀਂ ਹੋ, ਪਰ ਮੈਂ ਤੁਹਾਡੇ ਤਾਣੇ ਬਾਣੇ ਤੋਂ ਬਾਹਰ ਆ। ਇਹ ਉਹਦੀ ਚਲਾਕੀ ਹੈ ਵੀ ਗੋਰਖਨਾਥ ਤੁਹਾਡੇ ਡੰਡੇ ਦੇ ਅਧੀਨ ਨਹੀਂ, ਬਾਕੀ ਸਿੱਧ ਸਾਰੇ 84 ਦੇ 84 ਤੁਹਾਡਾ ਪਾਣੀ ਭਰਨਗੇ। ਮਹਾ ਸ਼ਕਤ ਕੋ ਪਾਏ ਹੋ, ਯੋ ਸਗਲਾ ਜਗ ਜੀਤ। ਤੇ ਤੁਸੀਂ ਪ੍ਰਾਪਤ ਕਰੋਗੇ ਮਹਾ ਸ਼ਕਤੀ ਨੂੰ। ਕਿਹਨੂੰ ਮੰਨਦਾ ਸੀ ਗੋਰਖ? ਸ਼ਿਵ ਨੂੰ। ਵੀ ਸ਼ਿਵ ਜੀ ਦੀ ਆਰਾਧਨਾ ਕਰੋਗੇ, ਸ਼ਿਵ ਜੀ ਤੁਹਾਡੇ ਕਾਬੂ 'ਚ ਆ ਜਾਣਗੇ, ਜੋ ਮਰਜ਼ੀ ਕਰਾਇਓ। ਦੇਖੋ ਕਿੰਨੇ ਸਵਾਲ ਆ ਰਹੇ ਆ, ਜਵਾਬ ਤੁਸੀਂ ਰੋਜ਼ ਵੜਦੇ ਹੋ, ਪਰ ਜਦੋਂ ਤੱਕ ਅਰਥਾਂ ਦਾ ਪਤਾ ਨਾ ਹੋਵੇ ਸੱਚੀ ਆਨੰਦ ਜਾਂ ਨਹੀਂ ਆਉਂਦਾ, ਸੱਚੀ ਨਹੀਂ ਆਉਂਦਾ। ਬੜੇ ਲੋਕ ਨੇ ਅਰਥ ਗਹਿਰੇ ਆ, ਕਿੰਨੇ ਕੁ ਯਾਦ ਕਰ ਲਾਂਗੇ? ਇੱਕ ਵਾਰੀ ਪੜ੍ਹ ਲਈਏ 15 ਮਿੰਟ ਬਾਅਦ ਫੇਰ ਭੁੱਲ ਜਾਈਦੇ, ਵੱਡੇ ਵੱਡੇ ਭੁੱਲ ਜਾਂਦੇ ਆ। ਗੁਰੂ ਬਾਬਾ ਜੀ ਨੂੰ ਉਹਨੇ ਕਈ ਸਵਾਲ ਇੱਕ ਸਾਂਝ ਕੀਤੇ ਆ। ਕਈ ਸਵਾਲਾਂ ਦਾ ਭਾਵ ਕੀ ਹੁੰਦਾ? ਕਿਸੇ ਬੰਦੇ ਨੂੰ ਉਲਝਾਉਣਾ ਨਾ, ਉਹਨੂੰ ਕਈ ਕੁਐਸਚਨ ਇਕੱਠੇ ਪੁੱਟ ਕਰ ਦਿਓ, ਉਹਨੂੰ ਸਮਝ ਹੀ ਨਹੀਂ ਆਉਂਦੀ ਮੈਂ ਕਿਹਦਾ ਜਵਾਬ ਦਿਆਂ। ਉਹ ਕਹਿੰਦਾ ਠੀਕ ਹੈ ਮੈਂ ਮੰਨ ਗਿਆ, ਤੂੰ ਕਹਿੰਦਾ ਜੋ ਹੋ ਗਿਆ। ਸਤਿਗੁਰਾਂ ਨੂੰ ਇਹ ਵੀ ਸਵਾਲ ਕਰ ਦਿੱਤਾ ਵੀ ਇਹ ਜਿਹੜੀ ਮਹਾ ਮਾਇਆ ਨਾ ਰੱਬ ਦੀ, ਤੁਹਾਡੇ ਕਾਬੂ ਵਿੱਚ ਆਏਗੀ। ਚੌਪਈ ਮਿਲ ਆਦੇਸ਼ ਕਹੋ ਆਦੇਸ਼ੋ, ਨਾਥ ਨਾਮ ਹੋਏ ਜੁਗ ਜੁਗ ਬੈਸੋ। ਕਹਿੰਦੇ ਤੁਹਾਨੂੰ ਇੱਕ ਟੈਗ ਲੱਗੇਗਾ,
ਪ੍ਰਧਾਨਗੀ ਦਾ ਉਹ ਕਿਹੜੀ ਹੈ? ਤੁਸੀਂ ਆਦੇਸ਼ ਕਰੋਗੇ, ਤੁਹਾਨੂੰ ਸਿੱਧ ਆਦੇਸ਼ ਕਰਨਗੇ, ਤੁਸੀਂ ਸਿੱਧਾਂ ਦੇ ਨਾਥ ਬਣੋਗੇ। ਨਾਥ ਮਤਲਬ ਮਾਲਕ, ਨਾਥ ਜਥੇਦਾਰ, ਮੁਖੀਏ। ਹੁਣ ਸਿੱਧਾਂ ਵਿੱਚ ਨਾਥ ਕੌਣ ਹੈ ਜੀ? ਜਿਵੇਂ ਸਾਧਾਂ ਦੇ ਡੇਰਿਆਂ 'ਚ ਕੋਈ ਮਹੰਤ ਹੁੰਦਾ ਹੈ, ਮੁਖੀਆ, ਇਸੇ ਤਰ੍ਹਾਂ ਸਿੱਧਾਂ ਦਾ ਮੁਖੀ ਕੌਣ ਹੈ? ਉਹ ਨਾਥ ਹੈ। ਕਹਿੰਦੇ ਜੀ ਤੁਹਾਨੂੰ ਨਾਥ ਬਣਾ ਦਿਆਂਗੇ। ਨਾਥ ਵੀ ਜਿੰਨੇ ਸਿੱਧ ਨੇ ਤੁਹਾਡਾ ਨਾਮ ਜਪਣਗੇ, ਕਹਿਣਗੇ ਨਾਨਕ ਜੀ ਆਦੇਸ਼ ਆਦੇਸ਼ ਆਦੇਸ਼, ਤੁਸੀਂ ਉਹਨਾਂ ਨੂੰ ਆਦੇਸ਼ ਕਰਨੀ, ਸਿੱਧਾਂ ਨੂੰ ਸਿੱਧ ਤੁਹਾਨੂੰ ਕਰਿਆ ਕਰਨਗੇ। ਸਿੱਧੀ ਜੀ ਗੱਲ ਆ ਵੀ ਰੱਬ ਵਿੱਚੋਂ ਕੱਢ ਦੋ। ਗੱਲ ਇਹ ਚੱਲ ਰਹੀ ਹੈ ਚਲਾਕੀ ਨਾਲ। ਮਰਦ ਹੱਸੀ ਜਾਣ, ਮੁਸਕਰਾਈ ਜਾਣ, ਅਜੇ ਤੱਕ ਕੋਈ ਜਵਾਬ ਦਿੱਤਾ ਨਾ। ਜੋਗ ਸੰਜੋਗੀ ਮਿਹ ਸੁਖ ਪਾਵੋ, ਇੱਕ ਮਾਈ ਕੇ ਪੂਤ ਕਹਾਵੋ। ਇੱਕ ਮਾਈ ਮਮਤਾ ਦੇ ਪੁੱਤ ਬਣ ਜੋ ਮਾਇਆ ਦੇ। ਯੋਗ ਤੇ ਸੰਜੋਗ ਤੁਹਾਨੂੰ ਇਕੱਠੇ ਮਿਲ ਜਾਣਗੇ। ਸੰਜੋਗ ਹੁੰਦਾ ਮਿਲਣਾ, ਜੋਗ ਹੁੰਦਾ ਜੁੜਨਾ। ਵੀ ਜੁੜਨਾ ਤੇ ਮਿਲਣਾ, ਜਿਹਨੂੰ ਕਹਿੰਦੇ ਜੋੜ ਮੇਲ, ਤੁਹਾਡੇ ਕੋਲ ਆ ਜਾਏਗਾ। ਕਿਉਂ? ਜਦੋਂ ਆ ਜੱਗ ਦੀ ਮਾਇਆ ਤੁਹਾਡੇ ਅੰਡਰ ਆ ਗਈ ਤੇ ਤੁਹਾਡੇ ਤੋਂ ਬਾਹਰ ਕੌਣ ਹੈ? ਸਿੱਧਾਂ ਤੋਂ ਬਾਹਰ ਕੌਣ ਸੀ? ਕੋਈ ਵੀ ਨਹੀਂ। ਸਭ ਪਾਣੀ ਭਰਦੇ ਸੀ ਸਿੱਧਾਂ ਦਾ। ਮਤਲਬ ਇੰਨੀਆਂ ਆਫਰਾਂ ਉਹਨੇ ਰੱਖ ਦਿੱਤੀਆਂ, ਇੰਨੀ ਚਲਾਕੀ ਦੇ ਨਾਲ। ਗੋਰਖਨਾਥ, ਤੁਸੀਂ ਇਹ ਸੋਚੋ ਵੀ ਉਹ ਮਹਾਂਪੁਰਖ ਕਿੰਨਾ ਤੇਜ਼ ਤਰਾਰ ਹੋਣਾ, ਜੋ ਰੱਬ ਗੁਰੂ ਨਾਨਕ ਪਾਤਸ਼ਾਹ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਮਾਫ ਕਰਿਓ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਵੀ ਗੋਰਖਨਾਥ ਅੱਗੇ ਉਲਝ ਜਾਂਦਾ ਸੀ। ਐ ਨਹੀਂ ਸਮਝਿਆ ਗੋਰਖਨਾਥ ਜਤੀਆਂ ਵਿੱਚ ਨਾਮ ਆਉਂਦਾ ਉਹਦਾ। 84 ਸਿੱਧ ਉਹਦਾ ਪਾਣੀ ਭਰਦੇ ਆ। ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਚੇਲਾ ਬਣਾਉਣ ਵਾਸਤੇ ਇਹ ਚਲਾਕੀ ਖੇਡਦਾ ਹੈ। ਕਹਿੰਦਾ ਮਾਇਆ ਤੁਹਾਡੇ ਕਾਬੂ, ਜੋਗ ਸੰਜੋਗ ਤੁਹਾਡੇ ਕਾਬੂ, ਤੁਸੀਂ ਦੁਨੀਆ ਦੇ ਮਾਲਕ ਹੋਵੋਗੇ। ਜੋਗ ਜੁਗਤ ਕੇ ਚੇਲੇ ਮਾਨੀ, ਸਭ ਦੀਵਾਨ ਤੁਮ ਸੇਵਕ ਥਾਨੀ। ਸਾਰਿਆਂ ਨੂੰ ਤੁਹਾਡਾ ਦੀਵਾਨ ਬਣਾ ਦੇਾਂਗੇ, ਸੇਵਕ ਬਣਾ ਦੇਾਂਗੇ। ਤੁਹਾਡੀ ਜੁਗਤ ਸਾਰੇ ਮੰਨਣਗੇ। ਮਤਲਬ ਜੋ ਤੁਸੀਂ ਕਹੋਗੇ ਉਹ ਇਹੀ ਕਰਿਆ ਕਰਨਗੇ। ਸਮਾਜ ਨੂੰ ਤੁਸੀਂ ਦਿਸ਼ਾ ਨਿਰਦੇਸ਼ ਦੇਣੇ ਆ। ਜੇ ਤੁਸੀਂ ਕਿਹਾ ਇਹਦੀ ਪੂਜਾ ਕਰੋ ਤਾਂ ਲੋਕ ਕਰਨਗੇ। ਤੁਸੀਂ ਕਹੋ ਇਹ ਮੰਨਣਾ ਪਾਪ ਆ ਤੇ ਲੋਕ ਛੱਡ ਦੇਣਗੇ। ਉਹਨੂੰ ਕਹਿੰਦੇ ਜੁਗਤ, ਜੁਗਤੀਆਂ ਦੇਣੀਆਂ, ਸਕੀਮਾਂ ਦੇਣੀਆਂ ਵੀ ਤੁਸੀਂ ਨਾਥ ਬਣ ਕੇ ਜੋਗ ਦੀ ਜੁਗਤ ਦੱਸੋਗੇ, ਲੋਕੀ ਤੁਹਾਨੂੰ ਰੱਬ ਕਹਿਣਗੇ। ਫਿਰ ਇੱਕ ਘੁੰਡੀ ਰੱਖ ਲਈ ਵੀ ਦੁਨੀਆ ਤੇ ਸਿੱਧਾਂ ਦੇ ਰੱਬ ਤੁਸੀਂ ਤੇ ਤੁਹਾਡਾ ਰੱਬ ਮੈਂ। ਆਖੋ ਸਤਿਨਾਮ। ਵਾਹ ਓਏ ਗੋਰਖਾ, ਤੇਰੇ ਵਰਗਾ ਕੋਈ ਚਲਾਕ ਹੋਵੇ ਜੱਗ ਤੇ ਨਹੀਂ ਹੋਇਆ। ਇੰਨਾ ਨਿਸ਼ਾਨ। ਪਰ ਉਹ ਕਰਮਾਂ ਵਾਲਾ ਵੀ ਆ, ਗੁਰੂ ਨਾਨਕ ਸਾਹਿਬ ਕੋਲ ਬੈਠਾ। ਭਾਈ ਬਾਲਾ ਜੀ ਕਹਿੰਦੇ ਮੈਂ ਸੁਣ ਸੁਣ ਕੇ ਮੁਸਕਰਾਈ ਜਾਵਾਂ, ਹੱਸੀ ਜਾਵਾਂ ਵੀ ਕਿਹੋ ਜੀਆਂ ਭੋਲੀਆਂ ਗੱਲਾਂ ਕਰਦਾ ਏ। ਤੁਮ ਤੇ ਉੱਪਰ ਹੋਏ ਨਾ ਆਨਾ, ਸਭ ਮਹਿ ਬੈਸੋ ਹੈ ਪ੍ਰਧਾਨਾ। ਤੁਹਾਡੇ ਤੋਂ ਉੱਪਰ ਕੋਈ ਨਹੀਂ। ਆਪਣੇ ਆਪ ਨੂੰ ਬਾਹਰ ਰੱਖ ਕੇ ਕਹਿੰਦਾ ਹੈ ਵੀ ਕੋਈ ਨਹੀਂ। ਹੁਣ ਗੋਰਖ ਨੂੰ ਇੱਕ ਪਾਸੇ ਕਰ ਦੋ। ਗੋਰਖ ਤੋਂ ਵੱਡਾ ਕੌਣ ਸੀ ਦੱਸੋ ਜੀ? ਸਿੱਧਾਂ 'ਚ ਕੌਣ ਵੱਡਾ ਸੀ? ਕਹਿੰਦਾ ਆਪਣੇ ਆਪ ਨੂੰ ਮੁਖੀ ਮੰਨੋ, ਵੱਡੇ ਮੰਨੋ, ਸਤਿਕਾਰਯੋਗ ਮੰਨੋ। ਭਾਗਾਂ ਵਾਲਿਓ ਤੁਸੀਂ ਸਮੇਰ ਪਰਬਤ ਤੇ ਆ ਗਿਆ। ਸਾਰੀ ਸਿੱਧ ਮੰਡਲੀ ਤੁਹਾਡੀ ਹੋਣ ਜਾ ਰਹੀ ਹੈ। ਸਾਨੂੰ ਕੋਈ ਆਖੇ ਵੀ ਆ ਇੰਨੇ ਲੋਕ ਨੇ, ਇਹ ਤੁਹਾਡੀ ਪਰਜਾ ਬਣਨ ਵਾਲੇ ਆ, ਤੁਸੀਂ ਬਾਦਸ਼ਾਹੀ ਨਾ ਰਾਜੇ, ਤੇ ਬੰਦੇ ਦੇ ਪੈਰ ਲੱਗਣਗੇ ਧਰਤੀ ਦੇ। ਤੇ ਸੁਣੋ ਗੁਰੂ ਨਾਨਕ ਪਾਤਸ਼ਾਹ, ਗੋਰਖਨਾਥ ਨੇ ਸਭ ਕੁਝ ਸਾਹਮਣੇ ਰੱਖਤਾ। ਸਭ ਕੁਝ, ਸਿਰਫ ਉਹਨੇ ਇੱਕ ਆਪਣੀ ਹਉਮੈ ਆਪਣੇ ਕੋਲੇ ਰੱਖੀ। ਆਖੋ ਸਤਿਨਾਮ। ਹਉਮੈ ਰੱਖੀ ਹੈ। ਬਾਕੀ ਸਾਰੇ ਦਾ ਸਾਰਾ ਡਿਪਾਰਟਮੈਂਟ ਗੁਰੂ ਸਾਹਿਬ ਨੂੰ ਦੇ ਰਿਹਾ। ਕਾਹਦੇ ਲਈ? ਵੀ ਇਹ ਇਹਨਾਂ ਨੂੰ ਮਨਾਉਣਗੇ, ਸਭ ਇਹਨਾਂ ਨੂੰ ਮੱਥਾ ਟੇਕਣਗੇ ਤੇ ਇਹ ਮੇਰੇ ਕੋਲ ਆਇਆ ਕਰਨਗੇ। ਗੁਰੂ ਗੋਰਖ ਜੀ ਤੁਹਾਡਾ ਕੀ ਹੁਕਮ ਹੈ? ਰੱਬ ਬਣਨ ਦੀ ਕੋਸ਼ਿਸ਼ ਜਿਵੇਂ ਰਾਵਣ ਕਰਦਾ ਸੀ, ਉਹ ਕੋਸ਼ਿਸ਼ਾਂ ਕਰਦਾ ਹੈ। ਬੜੀ ਚਲਾਕੀ ਦੇ ਨਾਲ ਉਹਨੇ ਵੱਡੇ ਵੱਡੇ ਰੁਤਬੇ ਦੱਸੇ ਹਨ। ਦੋਹਰਾ ਲੋਏ ਲੋਏ ਆਸਨ ਕਰਹੁ, ਸਰਬ ਕਰਾਏ ਭੰਡਾਰ। ਹੁਕਮ ਨਾਵੋ ਜਹਾਂ ਤੈ, ਅਸਬਿਦ ਕੀ ਜੈਕਾਰ। ਇਹ ਤੋਂ ਬਾਅਦ ਉਹਨੇ ਆਖਰੀ ਸਵਾਲ ਕੀਤਾ। ਕਹਿੰਦਾ ਹਰ ਲੋਕ ਵਿੱਚ ਤੁਹਾਡਾ ਆਸਣ ਹੋਏਗਾ। ਜਿਵੇਂ ਅੱਜ ਦੇ ਸਮੇਂ ਕੋਈ ਸੀਐਮ ਬਣ ਜੇ, ਮੁੱਖ ਮੰਤਰੀ ਬਣ ਜੇ, ਉਹਦੀ ਹਰ ਜ਼ਿਲ੍ਹੇ 'ਚ ਹੀ ਕੋਠੀ। ਦਿੱਲੀ ਜਾਊ ਉੱਥੇ ਬਣੀ ਹੈ, ਚੰਡੀਗੜ੍ਹ ਆਜੂ ਉੱਥੇ 5-5 ਕਨਾਲ ਦੀਆਂ ਕੋਠੀਆਂ, ਹਰ ਕਿਤੇ ਆ।
ਕਿਸੇ ਸਟੇਟ ਵਿੱਚ ਜਾਏ ਉਹਦੇ ਵਾਸਤੇ ਸਪੈਸ਼ਲ ਟ੍ਰੀਟਮੈਂਟ ਹੈ। ਉਹੀ ਥੋੜਾ ਭੱਜੇ ਫਿਰਦੇ ਲੋਕੀ MP ਜਾਂ MLA ਬਣਨ ਵਾਸਤੇ। ਸਾਨੂੰ ਲੱਗਦਾ ਲੋਕਾਂ ਦਾ ਭਲਾ। ਨਾ ਨਾ, ਪਾਸਪੋਰਟ ਲੈ ਕੇ 에ਅਰਪੋਰਟ ਜਾਂਦੇ ਆ, ਲਾਈਨ 'ਚ ਨਹੀਂ ਖੜਨਾ ਪੈਂਦਾ। ਸਪੈਸ਼ਲ VVIP ਟ੍ਰੀਟਮੈਂਟ ਹਰ ਬੰਦਾ ਤੇ ਹੀ ਚਾਹੁੰਦਾ ਹੈ ਯਾਰ ਸਾਨੂੰ ਕੋਈ ਪੁੱਛੇ ਨਾ, ਪੁੱਛ ਗਿੱਛ ਕਰੇ ਨਾ, ਘਰੋਂ ਹੀ ਵੈਰੀਫਿਕੇਸ਼ਨ ਹੋ ਜਾਂਦੀ ਹੈ, ਉਹ ਵੀ ਲੋੜ ਨਹੀਂ ਪੈਂਦੀ ਕਰਾਉਣ ਦੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹਰ ਲੋਕ ਵਿੱਚ ਤੁਹਾਡਾ ਆਸਣ ਹੋਏਗਾ, ਸਾਰੇ ਭੰਡਾਰੇ ਤੁਹਾਡੇ ਹੋਣਗੇ, ਲੋਕਾਂ ਤੋਂ ਅੰਨ ਖੋਲਿਓ ਭਾਵੇਂ, ਕਾਲ ਪਾ ਦਿਓ ਧਰਤੀ ਤੇ। ਸਿੱਧ ਕਰਦੇ ਸੀ ਉਹੋ ਜਿਹੇ ਕੰਮ ਵੀ ਸਭ ਸਾਡੇ ਵੱਸ ਵਿੱਚ, ਉਹ ਤੁਹਾਡੇ ਅਧੀਨ ਆਵੇਗਾ। ਸੋਰਠ ਸੁਨ ਗੁਰ ਗਿਰਾ ਆਲਾਏ, ਕਰਨ ਰਹੋ ਨਾ ਹਮੇ ਕਛ। ਗੁਰੂ ਨਾਨਕ ਸਾਹਿਬ ਅੱਗੋਂ ਫਿਰ ਬੋਲੇ, ਹੁਣ ਕਹਿੰਦੇ ਗੋਰਖਾ ਬਸ ਕਰ, ਤੂੰ ਜੋ ਜੋ ਕੁਝ ਸਾਨੂੰ ਕਹਿਣਾ ਨਾ ਅਸੀਂ ਸੁਣਨਾ ਵੀ ਨਹੀਂ ਚਾਹੁੰਦੇ। ਆਖੋ ਸਤਿਨਾਮ। ਓਏ ਕਰਨਾ ਬੜੀ ਦੂਰ ਦੀ ਗੱਲ ਹੈ, ਮੰਨ ਕੇ ਮੱਥੇ ਟਿਕਾਉਣੇ ਬੜੀ ਦੂਰ ਦੀ ਗੱਲ ਆ। ਅਸੀਂ ਤੇ ਗੱਲ ਸੁਣਨੀ ਵੀ ਨਹੀਂ ਚਾਹੁੰਦੇ ਜੋ ਤੂੰ ਸਾਨੂੰ ਆਖਦਾ ਏ। ਪੂਰਬ ਬਨਿਆ ਬਣਾਏ, ਅਬ ਨਵੀਨ ਕ੍ਰਿਤ ਕਿਆ ਕਰ। ਉਹ ਜੋ ਪਰਮਾਤਮਾ ਨੇ ਪਹਿਲਾਂ ਹੀ ਬਣਾਤਾ ਉਹੀ ਚੱਲਣਾ, ਤੂੰ ਕੀ ਬਣਾ ਸਕਦਾ? ਕਮਾਲ ਹੈ। ਇੰਨੇ ਸਵਾਲ ਦਾਗਣ ਵਾਲੇ ਨੂੰ ਇੱਕ ਸਵਾਲ ਕਰਕੇ ਕਹਿ ਦਿੱਤਾ ਤੇਰੇ ਕੋਲ ਹੈ ਕੀ ਜੋ ਤੂੰ ਮੈਨੂੰ ਦੇਏਗਾ? ਸਤਿਨਾਮ। ਕੀ ਦੇ ਸਕਦਾ? ਆਪਾਂ ਜਿੰਨਾ ਮਰਜ਼ੀ ਕਹੀ ਜਾਈਏ ਮੈਂ ਤੈਨੂੰ ਆਹ ਦੇ ਦਾਂਗਾ, ਆਹ ਦੇ ਦਾਂਗਾ, ਕੌਣ ਕਿਸੇ ਨੂੰ ਆਪਣਾ ਕਰਮ ਦੇ ਸਕਦਾ? ਦੇ ਸਕਦਾ ਜੀ ਕੋਈ? ਤੁਸੀਂ ਕਿਸੇ ਨੂੰ ਬਲੱਡ ਡੋਨੇਟ ਕਰ ਸਕਦੇ ਹੋ, ਕਿਡਨੀ ਦੇ ਸਕਦੇ ਹੋ, ਸਾਹ ਦੇ ਸਕਦੇ ਹੋ ਕਿਸੇ ਨੂੰ, ਆਪਣੀ ਜ਼ਿੰਦਗੀ ਦੇ ਸੁੱਖ ਦੇ ਸਕਦੇ ਹੋ ਕਿਸੇ ਨੂੰ? ਨਹੀਂ ਨਾ। ਦੁੱਖ ਦੇ ਸਕਦੇ ਹੋ? ਹਾਂ, ਉਹ ਦੇ ਸਕਦੇ। ਜਿਹਨੂੰ ਮਰਜ਼ੀ ਗਾਲ ਕੱਢਦੇ ਅਗਲਾ ਦੁਖੀ ਹੋ ਜਾਂਦਾ ਹੈ। ਸੁੱਖ ਨਹੀਂ ਦੇ ਸਕਦੇ, ਸ਼ਾਂਤੀ ਨਹੀਂ ਦੇ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਗੋਰਖਨਾਥ ਜਰਾ ਸੁਣ ਕੇ ਹੁਣ, ਜੋ ਕੁਝ ਤੂੰ ਸਾਨੂੰ ਦੇਣ ਨੂੰ ਫਿਰਦਾ ਨਾ, ਵਾਹਿਗੁਰੂ ਨੇ ਸਾਨੂੰ ਸਾਰਾ ਕੁਝ ਹੀ ਦਿੱਤਾ ਹੋਇਆ ਹੈ। ਸਿੱਧ ਨੇੜੇ ਨੇੜੇ ਆ ਗਏ ਵੀ ਆ ਜਿੰਨਾ ਕੁਝ ਇਹਨਾਂ ਨੂੰ ਦਿੰਦੇ ਆ, ਅੱਜ ਤੱਕ ਗੁਰੂਖ ਨੇ ਸਾਨੂੰ ਨਹੀਂ ਕਿਹਾ ਗੁਰੂ ਨੇ ਵੀ ਤੁਸੀਂ ਲੈ ਲਓ। ਇਹ ਕਹਿੰਦੇ ਸਾਰਾ ਕੁਝ ਹੀ ਹੈ ਸਾਡੇ ਕੋਲ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆ ਰਬਾਬ ਦੀ ਧੁਨ ਛੇੜ, ਨਿਰੰਕਾਰ ਦੀ ਬਾਣੀ ਆਈ ਹੈ। ਸ਼੍ਰੀ ਮੁਖ ਵਾਕ ਉਸ ਵੇਲੇ ਸਤਿਗੁਰਾਂ ਦੇ ਬਚਨ ਸਨ ਸ਼੍ਰੀ ਮੁਖ ਵਾਕ। ਨਿਤ ਆਪ ਜੀ ਪੜ੍ਹਦੇ ਹੋ ਨਿਤ, ਤੇ ਬੜੇ ਪਿਆਰ ਵਿੱਚ ਭਾਈ ਮਰਦਾਨਾ ਜੀ ਨੇ ਉਹ ਸ਼ਬਦ ਗਾਇਆ। ਤੇ ਅੱਜ ਪਤਾ ਲੱਗ ਜਾਣਾ ਉਹ ਸ਼ਬਦ ਮਹਾਰਾਜ ਨੇ ਕਿੱਥੇ ਪੜ੍ਹਿਆ ਸੀ, ਕਿੱਥੇ ਉਚਾਰਿਆ। ਨੇਤਰ ਕੀਤੇ ਬੰਦ ਲਾਇਆ ਚੌਂਕੜਾ, ਸਿੱਧਾਂ ਦੀ ਮੰਡਲੀ ਦੇ ਵਿੱਚ ਵਿਚਕਾਰ ਗੋਰਖਨਾਥ ਇੱਕ ਪਾਸੇ ਬੈਠਾ ਹੈ। ਸਤਿਗੁਰੂ ਜੀ ਇੱਕ ਇੱਕ ਸ਼ਬਦ ਰਸਨਾ ਤੋਂ ਗਾਉਂਦੇ ਹਨ। ਮੁੰਡਾ ਸੰਤੋਖ ਸਰਮ ਪਤ ਝੋਲੇ। ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਨੇ ਆਖਿਆ ਜਪਜੀ ਸਾਹਿਬ ਦੀ ਬਾਣੀ ਦੀ ਪੌੜੀ ਹੈ, ਇਹ ਲਾਸਟ ਪੌੜੀਆਂ ਨੇ। ਪੜ੍ਹਦੀ ਤੇ ਰੋਜ਼ ਹੋ ਨਾ, ਅੱਜ ਤੋਂ ਪਹਿਲਾਂ ਪਤਾ ਸੀ ਵੀ ਇਹ ਸ਼ਬਦ ਕਿੱਥੇ ਉਚਾਰੇ ਹੈ। ਜਪਜੀ ਸਾਹਿਬ ਯਾਦ ਰੱਖਿਓ, ਇਹ ਐਸੀ ਬਾਣੀ ਹੈ ਜੋ ਪਾਰਟਿਕੂਲਰ ਇੱਕ ਥਾਂ ਤੇ ਗੁਰੂ ਸਾਹਿਬ ਨੇ ਨਹੀਂ ਉਚਾਰੀ ਕੀਤੀ। ਇੱਕ ਥਾਂ ਤੇ ਨਹੀਂ ਉਚਾਰੀ। ਇੱਕ ਸ਼ਬਦ ਕਿਤੋਂ ਹੈ, ਕੋਈ ਸ਼ਬਦ ਕਿਤੋਂ ਹੈ, ਕੋਈ ਕਿਤੋਂ ਹੈ, ਕਿਸੇ ਕਿਸੇ ਥਾਂ ਤੇ। ਮੁੰਦਾ ਸੰਤੋਖ। ਸਤਿਗੁਰੂ ਕਹਿੰਦੇ ਤੂੰ ਕਿਹੜੀਆਂ ਮੁੰਦਰਾਂ ਦੇਂਗਾ? ਸੀ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਪਾਈਆਂ, ਮਨ ਰੂਪ ਕੰਨ ਵਿੱਚ। ਇਹ ਲਾਲਚੀ ਨਹੀਂ ਹੈ। ਸਰਮ ਪਤ ਝੋਲੀ। ਸਰਮ ਨਾਮ ਮਿਹਨਤ ਹੈ, ਪਤ ਨਾਮ ਭਾਂਡਾ, ਝੋਲੀ। ਕਹਿੰਦੇ ਇਹ ਅਸੀਂ ਝੋਲੀ ਬਣਾ ਲਈ ਹੈ। ਮਿਹਨਤ ਮਸ਼ੱਕਤ ਦਾ ਭਾਂਡਾ ਕੋਲੇ ਰੱਖਿਆ ਹੋਇਆ ਹੈ। ਇੱਥੇ ਪਤ ਦਾ ਅਰਥ ਇੱਜ਼ਤ ਨਹੀਂ ਹੈ। ਸ਼ਰਮ ਪਤ ਝੋਲੀ। ਮਹਾਰਾਜ ਕਹਿੰਦੇ ਆ ਜਿਹੜੀ ਸ਼ਰਮ, ਵਿਕਾਰਾਂ ਤੋਂ ਸ਼ਰਮਿੰਦੇ ਹੋਣਾ, ਹਉਮੈ ਹੰਕਾਰ ਨੂੰ ਛੱਡ ਦੇਣਾ, ਉਸ ਪਾਸੇ ਵੇਖਣਾ ਨਹੀਂ। ਇਹ ਅਸੀਂ ਝੋਲੀ ਪਾਈ ਹੋਈ, ਤੇਰੀ ਝੋਲੀ ਪਾ ਕੇ ਥੋੜਾ ਫਿਰਾਂਗੇ। ਉਹ ਤੇਰੀ ਝੋਲੀ ਪਾ ਕੇ ਤੇ ਸ਼ਰਮ ਆਉਂਦੀ ਆ। ਅਗਲਾ ਕਹਿੰਦਾ ਸਿੱਧ ਬਣਿਆ ਫਿਰਦਾ, ਪਰਿਵਾਰ ਛੱਡੀ ਫਿਰਦਾ, ਲੋਕਾਂ ਨੂੰ ਅਸੀਸਾਂ ਦਿੰਦਾ, ਫੇਰ ਝੋਲੀ ਅੱਡ ਕੇ ਮੰਗਤਿਆਂ ਵਾਂਗੂ ਮੰਗਦਾ। ਸਤਿਨਾਮ। ਇਹਨੂੰ ਬੜਾ ਸੌਫਟ ਬੋਲਣਾ, ਝੋਲੀ। ਮੁੰਦਾ ਸੰਤੋਖ ਸਰਮ, ਸ਼ਰਮ ਨਹੀਂ ਕਹਿਣਾ, ਸਰਮ ਸੱਸੇ ਨਾ, ਪਤ ਝੋਲੀ। ਝੋਲੀ ਜੋ ਝੋਲਾ ਹੁੰਦਾ ਨਾ, ਝੋਲੀ ਟੈਪ, ਝੋਲੀ ਅੱਡੋ ਜੀ, ਉਹ ਸ਼ਬਦ ਹੈ। ਸਤਿਗੁਰੂ ਕਹਿੰਦੇ ਆ ਪਤ ਪਰਮਾਤਮਾ ਦਾ ਭਾਂਡਾ ਜਿਹੜਾ ਸਾਨੂੰ ਦਿੱਤਾ ਨਾ, ਇਹਨੂੰ ਝੋਲੀ ਬਣਾਇਆ ਏ। ਧਿਆਨ ਕੀ ਕਰੇ ਵਿਭੂਤ। ਧਿਆਨ ਕੀ ਕਰ ਹੈ ਵਿਭੂਤ। ਵਿਭੂਤ ਨਾਮ ਹੈ ਸਵਾਹ ਦਾ, ਵਿਭੂਤੀ ਦਾ, ਰਾਖ ਦਾ।
ਕਹਿੰਦੇ ਰੱਬ ਦੇ ਧਿਆਨ ਵਿੱਚ ਜੁੜਨਾ, ਵਿਭੂਤੀ ਲਾ ਲਈ। ਹੁਣ ਧਿਆਨ ਕੀ ਹੈ? ਮੰਨ ਲਓ ਜਿਹਦਾ ਧਿਆਨ ਰੱਬ ਨਾਲ ਜੁੜਿਆ ਜੀ, ਉਹਦਾ ਜੱਗ ਵੱਲ ਧਿਆਨ ਹੈ, ਉਹਦੇ ਲਈ ਦੁਨੀਆ ਸਵਾਈ ਹੈ। ਬੰਦਗੀ ਵਾਲੇ ਵਾਸਤੇ ਤੁਸੀਂ ਲਿਆ ਕੇ ਆਖੋ ਵੀ ਬਾਬਾ ਲੈ 5 ਕਰੋੜ ਦੀ ਗੱਡੀ ਚੱਕੋ, ਕਹਿੰਦਾ ਮੇਰੇ ਲਈ ਕੀ ਹੈ? ਕੁਝ ਵੀ ਨਹੀਂ, ਮੈਂ ਤੇ ਤੁਰ ਕੇ ਜਾ ਸਕਦਾ। ਸਵਾਹ ਹੀ ਨਾ ਉਹਦੇ ਲਈ। ਉਹ ਨਾਮ ਜਪਣ ਵਾਲਿਆਂ ਵਾਸਤੇ ਜੱਗ ਦੇ ਪਦਾਰਥ ਤੁੱਛ ਨੇ, ਸਵਾਹ ਨੇ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਸਤਿਗੁਰੂ ਕਹਿੰਦੇ ਧਿਆਨ ਕੀ ਕਰੇ? ਧਿਆਨ ਨਾਲ ਅਸੀਂ ਜੁੜ ਗਏ, ਵਿਭੂਤੀ ਲਾ ਲਈ, ਸਵਾਹ ਲਾ ਲਈ। ਕਹਿੰਦੇ ਤੇਰੀ ਸਵਾਹ ਲਾ ਕੇ ਕੀ ਹੋਣਾ? ਬਾਹਰ ਸਵਾਹ ਲਾਈ ਫਿਰਦਾ, ਅੰਦਰੋਂ ਹਉਮੈ ਦੀ ਅੱਗ ਬੜੀ ਹੋਈ ਹੈ, ਇਹਦਾ ਤੇ ਲਾਭ ਕੋਈ ਨਹੀਂ। ਧਿਆਨ ਦੀ ਵਿਭੂਤ ਲਾ ਕੇ ਹਰ ਵੇਲੇ ਰੱਖਦੇ ਆ। ਖਿੰਥਾ ਕਾਲ ਕੁਆਰੀ ਕਾਇਆ, ਖਿੰਥਾ ਕਾਲ ਕੁਆਰੀ ਕਾਇਆ। ਉਹ ਕਹਿੰਦਾ ਸੀ ਨਾ ਗੋਦੜੀ ਲੈ ਲਓ। ਖਿੰਥਾ ਦਾ ਅਰਥ ਹੁੰਦਾ ਹੈ ਗੋਦੜੀ। ਸਤਿਗੁਰੂ ਕਹਿੰਦੇ ਤਾਨੇ ਉੱਤੇ ਗੋਦੜੀ ਪਾਈ ਹੈ। ਖਿੰਥਾ ਕਾਲ, ਕਾਲ ਨਾਮ ਮੌਤ ਦਾ ਏ। ਕੁਆਰੀ ਕਾਇਆ ਕਹਿੰਦੇ ਮੌਤ ਦੀ ਗੋਦੜੀ ਪਾਈ ਆ ਵਾਲੀ। ਇਸ ਕਰਕੇ ਸਾਧਾਂ ਨੂੰ ਸਵਾਦਾਂ ਨਾਲ ਲੈਣ ਦੇਣੇ ਕੋਈ। ਕਫਨ ਪਾਇਆ ਹੋਇਆ, ਗੋਦੜੀ ਪਾਈ ਹੋਈ ਹੈ। ਖਫਣੀ ਪਾ ਕੇ ਰੱਖਦੇ ਸੀ ਨਾ ਮਹਾਰਾਜ, ਉਹ ਕੀ ਹੈ? ਮੁਰਤੇ ਤੇ ਕਫਨ ਹੁੰਦਾ ਜਿਹੜਾ, ਉਹ ਪਾਇਆ ਵੀ ਨਾ ਕੋਈ ਸਵਾਦ ਨਾ ਕੋਈ ਰੰਗ। ਖਿੰਥਾ ਕਾਲ ਅਰਥ ਅਲੱਗ ਹੋਏਗਾ। ਕੁਆਰੀ ਕਾਇਆ, ਪਾਤਸ਼ਾਹ ਕਹਿੰਦੇ ਅਸੀਂ ਤੇ ਕਾਇਆ ਨਾਮ ਸਰੀਰ ਦਾ ਇਹਨੂੰ ਕੁਆਰੇ ਰੱਖਿਆ ਹੋਇਆ ਹੈ, ਇਹ ਬਿਕਾਰੀ ਨਹੀਂ ਹੈ। ਖਿੰਥਾ ਕਾਲ ਕੁਆਰੀ ਕਾਇਆ, ਕੁਆਰਪਣਾ ਵਰਤਨਿੰਡੀ। ਪਰਾਏ ਤਨ ਦੇ ਨੇੜੇ ਨਾ ਕਦੇ ਜਾਣਾ, ਮਨ ਵਿੱਚ ਪਰਾਇਆ ਵਿਕਾਰ ਨਾ ਆਉਣਾ, ਇਹਨੂੰ ਕਹਿੰਦੇ ਕੁਆਰਪਣ, ਕੁਆਰਾਪਣ। ਸਤਿਗੁਰੂ ਕਹਿੰਦੇ ਸਾਡਾ ਕੁਆਰਾਪਣ ਮਨਜ਼ੂਰ ਹੈ, ਬਰਕਰਾਰ ਹੈ। ਉਹ ਕਿਹੜਾ? ਕਹਿੰਦੇ ਇਸ ਜਿਸਮ ਨੇ, ਇਸ ਮਨ ਨੇ ਕਦੇ ਵਿਕਾਰ ਹੀ ਨਹੀਂ ਹੋ ਗਿਆ। ਸਤਿਨਾਮ ਅੰਤਰੀ ਵਰਤ ਹੋ ਰਹੇ ਆ। ਕਿਹੜੇ ਯੋਗ ਦੀ ਗੱਲ ਕਰਦੇ? ਖਿੰਥਾ ਕਾਲ ਕਹਿੰਦੇ ਮੌਤ ਦੀ ਕਫਨੀ ਪਾਈ ਹੈ, ਖਪਣ ਜੋ ਪਾਇਆ ਸਰੀਰ ਉੱਤੇ। ਕੁਆਰੀ ਕਾਇਆ, ਅਸੀਂ ਆਪਣੀ ਕਾਇਆ ਨੂੰ, ਆਪਣੇ ਸਰੀਰ ਨੂੰ, ਆਪਣੀ ਰੂਹ ਨੂੰ ਵਿਕਾਰਾਂ ਤੋਂ ਰਹਿਤ ਰੱਖਿਆ ਹੋਇਆ ਹੈ। ਨਾ ਇਹ ਤੇ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ, ਨਾ ਕੋਈ ਵਿਕਾਰ ਹੈ। ਇਹ ਸਾਡੀ ਕਾਇਆ ਸੱਚੀ ਸੁੱਚੀ ਹੈ। ਜੁਗਤ ਡੰਡਾ ਪ੍ਰਤੀਤ, ਕਹਿੰਦਾ ਸੀ ਡੰਡਾ ਰੱਖ ਲੋ ਸਿੱਧਾਂ ਤੇ। ਸਤਿਗੁਰੂ ਕਹਿੰਦੇ ਸਾਡੇ ਕੋਲ ਡੰਡਾ ਹੈ। ਕਾਹਦਾ? ਜੁਗਤ ਡੰਡਾ। ਜ਼ਿੰਦਗੀ ਜਿਉਣ ਦੀ ਜੁਗਤ, ਜੁਗਤ ਨਾਮ ਢੰਗ ਦਾ। ਕਹਿੰਦੇ ਢੰਗ ਦਾ ਡੰਡਾ ਹੈ। ਉਹ ਕਿਹੜਾ? ਪ੍ਰਤੀਤ, ਭਰੋਸਾ। ਭਰੋਸਾ ਕਿਹੋ ਜਿਹਾ ਹੁੰਦਾ ਹੈ? ਅਟਲ ਡੰਡੇ ਵਰਗਾ। ਜਿਵੇਂ ਡੰਡਾ ਬਿਲਕੁਲ ਸਿੱਧਾ ਨਾ, ਤੇ ਸਿੱਖ ਦਾ ਨਿਸ਼ਚਾ ਬਿਲਕੁਲ ਸਿੱਧਾ। ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਦਾ, ਮੇਰਾ ਰੱਬ ਇੱਕੋ ਹੀ ਹੈ। ਇਹ ਪ੍ਰਤੀਤ ਹੈ ਨਾ, ਭਰੋਸਾ ਨਾ। ਮਹਾਰਾਜ ਕਹਿੰਦੇ ਜੁਗਤ ਡੰਡਾ ਪ੍ਰਤੀਤ। ਮੈਨੂੰ ਤੇਰਿਆਂ ਸਿੱਧਾਂ ਤੇ ਪ੍ਰਤੀਤ ਕਰਨ ਦੀ ਲੋੜ ਨਹੀਂ ਡੰਡਾ ਚੁੱਕ ਕੇ। ਓਏ ਅਸੀਂ ਤੇ ਉਸ ਵਾਹਿਗੁਰੂ ਦੇ ਡੰਡੇ ਦੇ ਅਨੁਸਾਰ ਚੱਲਦੇ ਆਂ, ਭਰੋਸਾ ਕਰਦੇ ਆਂ ਵੀ ਇੱਕ ਹੀ ਪਰਮਾਤਮਾ ਜਿਉਣ ਵਾਲਾ ਤੇ ਇੱਕ ਹੀ ਮਾਰਨ ਵਾਲਾ। ਅਸੀਂ ਤੇ ਉਹਦੀ ਜੁਗਤ 'ਚ ਜੀ ਰਹੇ ਹਾਂ। ਕਹਿੰਦੇ ਸਾਰੇ ਸਿੱਧ ਮਹਾਰਾਜ ਦੇ ਮੁਖ ਵੱਲ ਵੇਖਣ ਵੀ ਆਹ ਗੱਲਾਂ ਕਦੇ ਸੁਣੀਆਂ ਹੀ ਨਹੀਂ ਜਿਹੜੀਆਂ ਸੁਣਾ ਰਹੇ ਆ। ਇਹ ਕਿਹੜਾ ਯੋਗ ਕਮਾਈ ਫਿਰਦੇ? ਇੱਕ ਇੱਕ ਸਵਾਲ ਦਾ ਜਵਾਬ ਦਿੰਦੇ ਜੁਗਤ ਡੰਡਾ ਪ੍ਰਤੀਤ। ਅੱਜ ਤੋਂ ਬਾਅਦ ਜਦੋਂ ਜਪਜੀ ਸਾਹਿਬ ਦਾ ਪਾਠ ਕਰੋਗੇ ਆ ਖਿਆਲ ਆਉਣਗੇ, ਜਦੋਂ ਪਿਆਰ ਨਾਲ ਕਰੋ। ਜੇ ਉਹੀ ਦਗੜ ਦਗੜ ਹੈ ਵੀ ਮੈਂ ਨਿਤਨੇਮ ਕਰ ਲਿਆ, ਮੈਂ ਫਲਾਣਾ ਕਰ ਲਿਆ, ਫਿਰ ਤੇ ਕੋਈ ਫਾਇਦਾ ਨਹੀਂ। ਫਿਰ ਤੇ ਪੜ੍ਹਦੇ ਵੀ ਭੁੱਲ ਜਾਣਾ ਹੈ ਵੀ ਅਸ਼ਟਪਦੀ ਕਿਹੜੀ ਹੈ, ਪੌੜੀ ਕਿਹੜੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਆਖਣ ਲੱਗੇ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਤੇਰੇ ਡੰਡਿਆਂ ਤੋਂ ਅਸੀਂ ਕੀ ਲੈਣਾ ਹੈ? ਕਹਿੰਦੇ ਸਿੱਧਾ ਇਹ ਮਨ ਵਾਲੇ ਫਰੇ ਵੀ ਕੋਈ ਨਹੀਂ, ਇਹ ਚ ਛਲ ਕੱਤ ਨਹੀਂ। ਆਏ ਪੰਥੀ ਸਗਲ ਜਮਾਤੇ। ਅੱਗੋਂ ਪਾਤਸ਼ਾਹ ਨੇ ਆਖਿਆ, ਕਹਿੰਦੇ ਉਹ ਆਖਦਾ ਸੀ ਨਾ ਵੀ ਜਮਾਤ ਵਿੱਚ ਆ ਜਾਓ ਸਿੱਧਾਂ ਦੀ। ਗੁਰੂ ਸਾਹਿਬ ਕਹਿੰਦੇ ਆਈ ਪੰਥੀ ਸਗਲ ਜਮਾਤੀ। ਹੁਣ ਆਈ ਕਿਹਨੂੰ ਕਹਿੰਦੇ ਆ ਜੀ? ਨਾਥਾਂ ਦੇ ਨਾ 12 ਪੰਥ ਨੇ, 12 ਗੋਰਖਨਾਥ ਦੇ ਅਧੀਨ। ਜਿਵੇਂ ਆਪਣੇ ਸਿੱਖ ਕੌਮ 'ਚ ਕਿੰਨੇ ਪੰਥ ਨੇ ਜੀ? ਦਮਦਮੀ ਟਕਸਾਲ ਹੋ ਗਈ, ਮਿਸ਼ਨਰੀ, ਨਿਹੰਗ ਸਿੰਘ, ਰਾੜਾ ਸਾਹਿਬ ਵਾਲੇ ਹੋ ਗਏ, ਨਾਨਕਸਰ ਵਾਲੇ ਹੋ ਗਏ, ਨਾਮਧਾਰੀਏ, ਨੀਲਧਾਰੀਏ, ਪਤਾ ਨਹੀਂ ਕਿੰਨੇ ਕਿੰਨੇ ਜਿਨ੍ਹਾਂ ਦੇ ਨਾਂ ਜੇ ਆਪਾਂ ਲਈ। ਹੈ ਤੇ ਸਿੱਖ ਹੀ ਆ ਨਾ ਸਾਡੇ, ਸਾਡੀਆਂ ਸ਼ਾਖਾਵਾਂ ਨੇ ਸਾਰੀਆਂ। ਇਸੇ ਤਰ੍ਹਾਂ ਸਿੱਧਾਂ ਦੇ ਵਿੱਚ ਵੀ ਨਾ, ਨਾਥਾਂ ਦੇ ਵਿੱਚ ਆ ਜਿਹੜੇ ਨਾਥ ਤੁਹਾਡੇ ਕਿਤੇ ਆਉਂਦੇ ਆ ਨਾ ਰਾਜਸਥਾਨ ਤੋਂ, ਆ ਬਾਗੜ ਵਾਲੇ ਪਾਸੇ ਤੋਂ, ਸੱਪ ਸੁੱਪ ਜੇ ਚੱਕੀ, ਉਹਨਾਂ ਨੂੰ ਪੁੱਛ ਬਾਬਾ ਕਿਹੜੇ ਕਿਹੜੇ ਪੰਥ ਚੋਂ ਹੈ? ਉਹ ਕਹਿੰਦੇ ਗੋਰਖ ਦੇ ਚੇਲੇ ਆ। ਜੇ ਤੇ ਸੱਚਾ ਸਾਧ ਹੋਇਆ
ਫਿਰ ਉਹ ਦੱਸ ਦੂ ਕਿਹੜੇ ਚੋਂ ਹੈ। ਨਹੀਂ ਗੱਲਾਂ ਚ ਉਲਝਾ ਲੂ, ਲੈ ਸੁਰਮਾ ਪਾ ਲਾ, ਅੱਖ ਚ ਠੀਕ ਕਰ ਦੂ, ਫਲਾਣਾ ਕਰ ਦੂ, ਬੀਬਾ ਆਟਾ ਦੇ ਦੇ, ਆਹ ਕਰ ਲਾ, ਉਹ ਕਰ ਲਾ, ਗਿੱਦੜ ਸਿੰਘ ਹੀ ਲੈ ਜਾ ਬੁਝਾ ਦੇਗਾ। ਹੁਣ ਇਹਨਾਂ 12 ਪੰਥਾਂ ਦੇ ਵਿੱਚੋਂ ਇੱਕ ਪੰਥ ਹੈ ਜਿਹਦਾ ਨਾਮ ਹੈ ਆਈ ਪੰਥ। ਉਹਦਾ ਗੁਰੂ ਕੌਣ ਹੈ? ਆਉਣ ਵਾਲੀ ਕਥਾ 'ਚ ਛੇਵੇਂ ਪਾਤਸ਼ਾਹ ਵੇਲੇ ਆਊਗਾ। ਗੋਰਖਨਾਥ ਦੇ ਚੇਲਿਆਂ ਦੇ ਵਿੱਚੋਂ ਇੱਕ ਹੋਇਆ ਬਾਲ ਗੁੰਦਾਈ, ਜਿਹਦੇ ਪਿੱਛੇ ਈੜੀ ਸ਼ਬਦ ਲੱਗ ਜੇ ਨਾ, ਈੜੀ ਨੂੰ ਵਿਹਾਰੀ ਈ, ਉਹਨੂੰ ਕਹਿੰਦੇ ਆਈ ਪੰਥ। ਆਈ ਅੰਗਰੇਜ਼ੀ ਵਾਲਾ ਨਹੀਂ ਹੈ, ਆਈ ਮਤਲਬ ਗੁੰਦਾਈ ਤੋਂ ਚੱਲਿਆ ਹੋਇਆ ਹੈ। ਮਰਦ ਕਹਿੰਦੇ ਆਈ ਪੰਥੀ, ਇਹ ਪੰਥ ਰਾਹ ਏ। ਉਹ ਕਿਹੜਾ? ਸਗਲ ਜਮਾਤੀ। ਸਾਡੀਆਂ ਜਮਾਤਾਂ ਸਾਰੀਆਂ ਹੀ ਨੇ, ਇਹ ਥੋੜਾ ਵੀ ਇੱਕ ਦੂਜੇ ਨਾਲ ਵੈਰ। ਆਪਾਂ ਕਹਿੰਦੇ ਅਸੀਂ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਇੱਥੇ ਤੇ ਮਰਿਆਦਾ ਪਿੱਛੇ ਡਾਂਗ ਖੜਕ ਜਾਂਦੀ ਹੈ। ਇੱਕ ਕਹਿੰਦਾ ਅਸੀਂ ਤੁਹਾਡੇ ਹੱਥ ਦੀ ਦੇਗ ਨਹੀਂ ਲੈਣੀ, ਦੂਜਾ ਕਹਿੰਦਾ ਜੋ ਮਰਜ਼ੀ ਖਾ ਲਓ। ਹੋ ਗਏ ਡਾਂਗੋ ਡਾਕੀ। ਇੱਕ ਗੁਰੂ ਦੇ ਸਿੱਖ, ਇੱਕੋ ਹੀ ਅੰਮ੍ਰਿਤਪਾਨ ਕੀਤਾ ਹੈ। ਅਲੱਗ-ਅਲੱਗ ਖਿਆਲ ਬਣਾ ਕੇ ਇੱਕ ਦੂਜੇ ਵਿਰੁੱਧ ਲੜਦੇ ਵੇਖੋਗੇ। ਪੰਥਾਂ 'ਚ ਵੀ ਏਦਾਂ ਹੀ। ਸਤਿਗੁਰੂ ਕਹਿੰਦੇ ਆਈ ਪੰਥੀ ਸਗਲ ਜਮਾਤੀ, ਕਹਿੰਦੇ ਸਾਰੀਆਂ ਜਮਾਤਾਂ ਉਹਦੇ ਵਿੱਚ ਨੇ, ਤੁਹਾਡੇ ਆਈ ਪੰਥ ਨਾਲੋਂ ਵੀ ਵੱਡਾ ਪੰਥ ਹੈ ਸਾਡਾ। ਕਿਹੜਾ ਪੰਥ? ਨਾਨਕ ਨਿਰਮਲ ਪੰਥ ਚਲਾਇਆ, ਉਜਲਾ ਪੰਥ, ਮੈਲ ਤੋਂ ਰਹਿਤ ਪੰਥ। ਸਾਹਿਬ ਕਹਿੰਦੇ ਇਹਦੇ ਚ ਸਾਰੀਆਂ ਹੀ ਜਮਾਤਾਂ ਨੇ, ਅਸੀਂ ਤੁਹਾਡੇ 4 ਜਮਾਤਾਂ ਤੋਂ ਕੀ ਲੈਣਾ ਵੀ ਸਿੱਧਾਂ ਦੀ ਪੂਜਾ। ਸਤਿਗੁਰੂ ਕਹਿੰਦੇ ਸਾਡੀ ਜਮਾਤ ਵਿੱਚ ਕੋਈ ਵੀ ਆਵੇ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਉਪਦੇਸ਼ ਚਹੁ ਵਰਨਾ ਕਹੋ ਸਾਂਝਾ। ਸਾਡੀ ਤੇ ਜਮਾਤ। ਹੁਣ ਜੇ ਸਕੂਲ ਦਾ ਪ੍ਰਿੰਸੀਪਲ ਲੜੇ ਵੀ 5ਵੀਂ ਜਮਾਤ ਤੱਕ ਕਲਾਸ ਤੱਕ ਤੇ ਜੀ ਮੇਰਾ ਜੇ ਕੰਟਰੋਲ ਨਹੀਂ, ਦਾ ਮਤਲਬ ਮੇਰਾ ਸਕੂਲ ਨਹੀਂ ਹੈ। ਹੁਣ ਜੋ ਇਹਦਾ ਓਨਰ ਹੈ ਸਕੂਲ ਦਾ, ਕਿਸੇ ਵੀ ਸਕੂਲ ਦਾ, ਕਿੰਨੀਆਂ ਕਲਾਸਾਂ, ਕੋਈ +2 ਤੱਕ ਹੈ, ਕੋਈ 10th ਤੱਕ ਹੈ, ਪਰ ਮਾਲਕ ਲਈ ਤੇ ਸਾਰਾ ਸਕੂਲ ਇੱਕੋ ਹੀ ਹੈ। ਉਹ ਕਦੇ ਇਹ ਤਾਂ ਨਹੀਂ ਕਹਿੰਦਾ ਵੀ ਨਰਸਰੀ ਪ੍ਰੀ ਨਰਸਰੀ ਵਾਲਿਆਂ ਦੇ ਕਮਰੇ ਨੂੰ ਪੇਂਟ ਕਰ ਦਿਓ, ਵੀ ਬਾਕੀ ਆਪਣੇ ਆਪਣੇ ਘਰੋਂ ਪੇਂਟ ਲਿਆਓ, ਆਪੇ ਕਰਨਗੇ। ਨਹੀਂ ਨਾ, ਸਕੂਲ ਪੇਂਟ ਹੋਊ ਤੇ ਸਾਰਿਆਂ ਦਾ ਹੋਊ। ਸਹੂਲਤਾਂ ਦਿੱਤੀਆਂ ਜਾਣਗੀਆਂ ਸਭ ਨੂੰ, AC ਲੱਗਣਗੇ ਸਾਰਿਆਂ ਦੇ ਲੱਗਣਗੇ, ਕਿਉਂਕਿ ਉਹਨੂੰ ਪਤਾ ਵੀ ਮੇਰਾ ਸਕੂਲ ਹੈ, ਮੈਂ ਮੁਖੀਆ ਹਾਂ, ਮੈਂ ਹੀ ਅਬਜ਼ਰਵ ਕਰਨਾ ਸਾਰਾ ਕੁਝ, ਕਿੱਥੇ ਕਿੱਥੇ ਕੀ ਕਰੀ ਹੈ, ਕੀ ਹਿਸਾਬ ਕਿਤਾਬ ਹੈ। ਇਸੇ ਤਰ੍ਹਾਂ 12 ਪੰਥਾਂ ਦੇ ਵਿੱਚੋਂ ਸਭ ਤੋਂ ਵੱਡਾ ਮੁਖੀ ਹੈ ਗੋਰਖਨਾਥ। ਬਾਕੀ ਅੱਗੇ ਅੱਗੇ ਉਹਦੇ ਚੇਲਿਆਂ ਤੋਂ ਪੰਥ ਚੱਲੇ ਹੋਏ ਆ। ਸਤਿਗੁਰੂ ਕਹਿੰਦੇ ਤੇਰੇ ਪੰਥ 'ਚ ਕੋਈ ਇੱਕ ਦੂਜੇ ਦੀ ਸੁਣਦਾ, ਕੋਈ ਨਹੀਂ ਸੁਣਦਾ, ਸਾਡਾ ਤੇ ਪੰਥ ਸਾਂਝਾ ਹੈ। ਕਿਉਂ ਸਾਂਝਾ? ਕਿਉਂ ਆ? ਇੱਕ ਨਿਰੰਕਾਰ ਹੈ, ਅਕਾਲ ਪੁਰਖ ਹੈ। ਉਹਨੇ ਮੁਸਲਮਾਨ ਵੀ ਬਣਾਏ ਆ, ਹਿੰਦੂ ਵੀ ਬਣਾਏ ਆ, ਕ੍ਰਿਸਚਨ ਵੀ ਬਣਾਏ, ਸਾਰੇ ਬਣਾਏ ਆ। ਉਹਨੇ ਥੋੜਾ ਕਿਹਾ ਵੀ ਮੈਂ ਨਾਸਤਕਾਂ ਦਾ ਜੰਮਣਾ ਬੰਦ ਕਰ ਦਿਆਂਗਾ ਕਿਉਂਕਿ ਮੈਂ ਜਿਹੜਾ ਮੈਨੂੰ ਨਹੀਂ ਮੱਥਾ ਟੇਕਦਾ ਮੈਨੂੰ ਬਣਾਵਾਂ। ਨਹੀਂ, ਉਹ ਸਭ ਦੀ ਉਤਪਤੀ ਕਰ ਰਿਹਾ। ਮੰਨੇ ਨਾ ਮੰਨੇ ਅਲੱਗ ਵਿਸ਼ੇ ਨੇ। ਰੱਬ ਲਈ ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਉਹ ਹੈ ਹੀ ਏਡਾ ਵੱਡਾ ਡਾਢਾ। ਬੜੇ ਅੰਤਰੀਵ ਅਰਥ ਨੇ ਜਪਜੀ ਸਾਹਿਬ ਦੀ ਬਾਣੀ ਦੇ। ਜੇ ਇਸ ਬਾਣੀ ਨੂੰ ਪੜ੍ਹ ਲਈਏ ਤੇ ਬ੍ਰਹਮ ਗਿਆਨ ਹੋ ਜਾਂਦਾ। ਇਹ ਬ੍ਰਹਮ ਦੀ ਬਾਣੀ ਹੈ। ਤੇ ਆਪਾਂ ਪੁੱਛੋ ਬਾਬਾ ਜੀ ਪਾਠ, ਕਹਿੰਦਾ ਜੀ ਮੈਂ ਤੇ ਨਿਤਨੇਮ 35 ਮਿੰਟਾਂ 'ਚ ਕਰ ਲੈਣਾ, ਫਿਰ ਕੀ ਸਵਾਦ ਆਈ ਹੋਊਗੀ। ਜਪਜੀ ਸਾਹਿਬ 7 ਮਿੰਟ 'ਚ ਪੜ੍ਹ ਲਈਦਾ। ਚਲੋ ਜਦੋਂ ਅਸੀਂ ਵੀ ਨਿਆਣੇ ਸੀ ਪੜ੍ਹਦੇ, ਸਾਡਾ ਵੀ ਕੰਮ ਹੁੰਦਾ ਸੀ, ਮੈਂ 3.5 ਮਿੰਟ 'ਚ ਜਪਜੀ ਸਾਹਿਬ ਪੜ੍ਹ ਦੂੰ, ਮੈਂ 4 'ਚ ਪੜ੍ਹ ਦੂੰ। ਪਰ ਜਦੋਂ ਹੌਲੀ ਹੌਲੀ ਅਕਲ ਆਈ, ਮੱਤ ਆਈ, ਸਮਝ ਆਈ, ਫਿਰ ਪਤਾ ਲੱਗਿਆ ਵੀ ਜੇ ਪੜ੍ਹਨ ਤੇ ਆਈਏ ਘੱਟੋ ਘੱਟ ਜਪਜੀ ਪੜ੍ਹਨ ਤੇ ਅੱਧਾ ਪੌਣਾ ਘੰਟਾ ਲੱਗਦਾ। ਜਿਹਨੂੰ ਪੜ੍ਹਨਾ ਕਹਿੰਦੇ ਆ ਉਹਦੇ ਤੇ ਅੱਧਾ ਪੌਣਾ ਘੰਟਾ ਲੱਗਦਾ। ਤੇ ਜੇ ਸਾਡੇ ਵਾਲਾ ਹਿਸਾਬ ਕਿਤਾਬ ਹੈ ਜੀ, ਫਿਰ ਤੇ 4G ਨੈਟਵਰਕ ਹੈ। ਇਹੀ ਪਤਾ ਲੱਗਦਾ ਵੀ ਪਹਿਲੀ ਪੌੜੀ ਹੋ ਗਈ, ਸੁਣੇ ਵਾਲੀ ਹੋ ਗਈ, ਮੰਨੇ ਵਾਲੀ ਹੋ ਗਈ, ਭਰੀਆ ਹੱਥ ਪੈਰ, ਬਸ ਨਿਬੜਿਆ ਕੰਮ, ਸਲੋਕ ਪਵਨ। ਫਿਰ ਇੱਥੇ ਖੜੇ ਆ। ਤੇ ਜਿਹਨੇ ਪੜ੍ਹਿਆ ਆ ਤੁਸੀਂ ਵੇਖ ਲਓ, ਇੱਕ ਹੀ ਪੰਗਤੀ ਹੈ, ਇੱਕ ਸ਼ਬਦ ਹੀ ਹੈ ਨਾ। ਮੁੰਦਾ ਸੰਤੋਖ ਸਰਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਲਗ, ਕੁਆਰੀ ਕਾਇਆ ਅਲੱਗ, ਜੁਗਤ ਡੰਡਾ, ਪ੍ਰਤੀਤ ਸ਼ਬਦ ਲੱਗ ਗਿਆ। ਏਦਾਂ ਪੜਾਂਗੇ ਫਿਰ ਹੀ ਗੱਲ ਬਣਦੀ ਹੈ। ਆਈ ਪੰਥੀ ਲੱਗ ਹੋ ਗਿਆ, ਸਗਲ ਜਮਾਤੀ ਇਹ ਵੀ ਲੱਗ ਹੋ ਗਿਆ। ਅੱਗੇ ਗੁਰੂ ਸਾਹਿਬ ਗੋਰਖ ਨੂੰ ਕੀ ਆਖਦੇ ਨੇ? ਮਨ ਜੀਤੈ ਜਗ ਜੀਤ। ਅੱਗੇ ਬੜੇ ਪਿਆਰ ਚ ਸਾਹਿਬਾਂ ਨੇ ਆਖਿਆ, ਕਹਿੰਦੇ ਮਨ ਜੀਤੈ ਜਗ ਜੀਤ। ਇੱਥੇ ਮਨ ਜੀਤੈ ਨਹੀਂ ਕਹਿਣਾ, ਕਿਉਂਕਿ ਸਾਡੇ ਭਾਈ ਸਾਹਿਬ ਦਾ ਵੀ ਨਾਮ ਹੈ, ਇਹ ਨਹੀਂ ਹੈ। ਮਨ ਜੀਤੈ, ਮਨ ਸਪੇਸ, ਜੱਜੇ ਨੂੰ ਵਿਹਾਰੀ, ਤੱਤੇ ਨੂੰ ਦਲਾਵਾਂ, ਜੀਤੈ। ਫਿਰ ਆ ਗਿਆ ਜਗ ਜੀਤ। ਇਸ ਲੋ ਆ ਜਾਣਾ, ਸੌਫਟ ਕਾਰਨਰ ਤੇ ਹੈ। ਗੁਰੂ ਸਾਹਿਬ ਕਹਿੰਦੇ ਤੂੰ ਕਹਿੰਦਾ ਦੁਨੀਆ 'ਚ ਬੈਠੋ,
ਲੋਕ ਤੁਹਾਡਾ ਪਾਣੀ ਭਰਨਗੇ। ਸਾਹਿਬ ਕਹਿੰਦੇ ਨਹੀਂ, ਅਸੀਂ ਇਹਨਾਂ ਜਮਾਤਾਂ ਤੋਂ ਕੀ ਲੈਣਾ ਭਾਈ, ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ ਜੱਗ ਦੁਨੀਆ ਜਿੱਤ ਲਈ। ਆਖੋ ਸਤਿਨਾਮ। ਸਪਸ਼ਟ ਹੀ ਕਹਿੰਦਾ, ਤੇਰੇ ਪੰਥ ਪਿੱਛੇ ਲੱਗ ਕੇ ਮੈਂ ਲੋਕਾਂ ਨਾਲ ਲੜਦਾ ਫਿਰਾਂ ਵੀ ਸਿੱਧ ਬਣ ਜਾ, ਉਹ ਕਹਿੰਦੇ ਅਸੀਂ ਨਹੀਂ ਮੰਨਦੇ ਸਿੱਧਾ। ਹੁਣ ਆਪਾਂ ਲੋਕਾਂ ਨਾਲ ਲੜਦੇ ਫਿਰੀਏ ਵੀ ਜੇ ਸਿੱਖ ਬਣੋਗੇ ਤਾਂ ਰੱਬ ਮਿਲਣਾ, ਕੀ ਮੁਸਲਮਾਨਾਂ ਨੂੰ ਨਹੀਂ ਮਿਲਦਾ? ਕਿਉਂ ਝੂਠ ਬੋਲਦਾ ਹੈ? ਜਿਹੜੇ ਰੱਬ ਨੂੰ ਨਹੀਂ ਮੰਨਦੇ ਕੀ ਉਹਦੀ ਰਜ਼ਾ ਤੋਂ ਬਾਹਰ ਹੈ? ਨਹੀਂ ਭਾਈ। ਹਾਂ ਇਹ ਕਹੋ ਵੀ ਸਿੱਖੀ ਤੇ ਸਿੱਖ ਧਰਮ ਤੇ ਖਾਲਸਾ ਪੰਥ ਜੱਗ ਦਾ ਰੱਬ ਨੂੰ ਮਿਲਣ ਦਾ ਉੱਤਮ ਧਰਮ ਹੈ, ਸਿੱਧਾ ਰਸਤਾ ਏ। ਪਰ ਹੈ ਸਾਰੇ ਰਾਹ ਉਹਦੇ ਹੀ ਆ। ਸਭ ਦਾ ਹੀ ਸਮਝ ਆਇਓ, ਕੱਲਾ ਸਿੱਖਾਂ ਦਾ ਵੀ ਨਹੀਂ, ਕੱਲਾ ਮੁਸਲਮਾਨਾਂ ਦਾ ਅੱਲਾ ਨਹੀਂ, ਸਭ ਦਾ ਹੀ ਹੈ। ਬਾਣੀ ਨੇ ਕਿਹਾ ਤੂੰ ਸਾਂਝਾ ਸਾਹਿਬ, ਬਾਪ ਹਮਾਰਾ, ਤੂੰ ਸਾਰਿਆਂ ਦਾ ਸਾਂਝਾ, ਪਰ ਸਾਡਾ ਪਿਓ ਹੈ। ਸਾਂਝਾ ਸਾਰਿਆਂ ਦਾ ਹੀ ਹੈ। ਜਿਹਨੇ ਜਿਹਨੇ ਤੈਨੂੰ ਮੰਨਿਆ ਉਹ ਜਾਣਦੇ ਨੇ। ਸਤਿਗੁਰੂ ਕਹਿੰਦੇ ਮਨ ਜੀਤਾ, ਮਨ ਜਿੱਤ ਲੋ, ਦੁਨੀਆ ਜਿੱਤਣ ਦੀ ਲੋੜ ਹੀ ਨਹੀਂ। ਦੁਨੀਆ ਨੂੰ ਜਿੱਤੀ ਚਲੋ, ਮੈਂ 1 ਜਿੱਤ ਲਿਆ, 2 ਥਾਂ ਜਿੱਤ ਲਿਆ, ਇਲੈਕਸ਼ਨ 3 ਥਾਂ ਜਿੱਤ ਲਿਆ, ਅੱਜ ਦੇਸ਼ ਜਿੱਤ ਲਿਆ, ਸਿਕੰਦਰ ਵਾਂਗੂ ਅੱਜ ਦੁਨੀਆ ਜਿੱਤ ਲਈ। ਕਿਹਨੂੰ ਜਿੱਤੋਗੇ? ਸਾਹਿਬ ਕਹਿੰਦੇ ਜਿਹਨੇ ਆਪਣੇ ਮਨ ਤੇ ਜਿੱਤ ਪਾ ਲਈ ਉਹਨੇ ਵਿਕਾਰਾਂ ਤੇ ਵੀ ਜਿੱਤ ਪਾ ਲਈ, ਸੰਸਾਰ ਤੇ ਵੀ ਜਿੱਤ ਪਾ ਲਈ, ਖਿਆਲਾਂ ਤੇ ਵੀ ਜਿੱਤ ਪਾ ਲਈ, ਦੁੱਖਾਂ ਸੁੱਖਾਂ ਤੇ ਮੌਤ ਨੂੰ ਵੀ ਜਿੱਤ ਲਿਆ। ਸਤਿਨਾਮ। ਉਹਨੂੰ ਕਹਿੰਦੇ ਜਗ ਜੀਤ। ਜਗ ਮਤਲਬ ਦੁਨੀਆ। ਮਨ ਜਿੱਤਣ ਵਾਲਾ ਹੀ ਜਗ ਦਾ ਵਿਜੇਤਾ ਹੁੰਦਾ ਏ। ਆਦੇਸ਼ ਤਿਸੈ ਆਦੇਸ਼। ਬਾਣੀ ਲਿਖਦੀ ਅੱਗੇ ਬੜੇ ਪਿਆਰ ਚ। ਗੋਰਖਨਾਥ ਕਹਿੰਦਾ ਸੀ ਨਾ, ਬਾਬਾ ਸਿੱਧਾਂ ਨੂੰ ਆਦੇਸ਼ ਕਿਹਾ ਕਰੋ। ਗੁਰੂ ਸਾਹਿਬ ਕਹਿੰਦੇ ਨਹੀਂ, ਆਦੇਸ਼ ਤਿਸੈ ਆਦੇਸ਼। ਤਿਸੈ ਮਤਲਬ, ਤਿਸ ਦਾ ਅਰਥ ਹੁੰਦਾ ਉਹ ਕੌਣ ਹੈ? ਓਲਾ ਦੇਤਾ ਮਰਦ ਨੇ, ਇਸ਼ਾਰਾ ਦੇਤਾ। ਕਹਿੰਦੇ ਕਿਸੇ ਸਿੱਧ ਨੂੰ ਆਦੇਸ਼ ਨਹੀਂ, ਕਿਸੇ ਗੋਰਖ ਨੂੰ ਆਦੇਸ਼ ਨਹੀਂ, ਉਹਨੂੰ ਆਦੇਸ਼ ਕਰਦੇ ਆ, ਉਹਨੂੰ ਮੱਥਾ ਟੇਕਦੇ ਆ। ਆਦ ਅਨੀਲ ਅਨਾਦ ਅਨਾਹਤ। ਕੌਣ ਹੈ ਉਹ? ਆਦ ਅਨੀਲ ਅਨਾਦ ਅਨਾਹਤ। ਖੁੱਲ ਕੇ ਬੋਲਣਾ ਹੈ, ਕਿਉਂਕਿ ਇੱਥੇ ਆੜੇ ਸ਼ਬਦ ਦਾ ਭੇਦ ਬੜਾ ਹੈ। ਜੋ ਆਦ ਕਾਲ ਤੋਂ ਹੈ ਉਹਨੂੰ ਕਹਿੰਦੇ ਰੱਬ, ਜਿਹਦੇ ਪਰਥਾਏ ਜਪਜੀ ਦੀ ਪਹਿਲੀ ਪੌੜੀ ਲਿਖ ਰਹੀ ਹੈ, ਨਿਰਭਉ ਨਿਰਵੈਰ ਅਜੂਨੀ ਸਭ ਦੱਸ ਰਹੇ ਆ ਸਭ। ਉਹ ਕੌਣ ਹੈ? ਆਦ। ਫਿਰ ਅੱਗੇ ਆ ਕੇ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਜੋ ਆਦ ਕਾਲ ਤੋਂ ਹੈ। ਅਨੀਲ ਜਿਹਦੇ ਵਿੱਚ ਕੋਈ ਦਾਗ ਨਹੀਂ, ਕੋਈ ਕਾਲਖ ਨਹੀਂ। ਨੀਲ ਨਾਮ ਹੈ ਮੈਲ ਦਾ, ਨੀਲ ਨਾਮ ਹੈ ਕਾਲਖ ਦਾ। ਨੀਲ ਤੋਂ ਰਹਿਤਾ ਹੈ, ਕਾਲਖ ਤੋਂ ਰਹਿਤਾ। ਅਨਾਦ ਜੋ ਅਨਾਦ ਕਾਲ ਤੋਂ ਹੈ, ਮਤਲਬ ਆਦ ਤੋਂ ਵੀ ਪਹਿਲਾਂ। ਆਪਾਂ ਕਹੀਏ ਨਾ ਸ਼ੁਰੂਆਤ ਤੋਂ ਪਹਿਲਾਂ, ਜਿਸ ਦਿਨ ਬਣਿਆ, ਧਰਤੀ ਬਣੀ, ਦੁਨੀਆ ਬਣੀ, ਉਹਦੇ ਤੋਂ ਵੀ ਪਹਿਲਾਂ। ਆਦਿਕਾਲ ਕਿਹੜਾ ਹੋਇਆ? ਸਤਿਯੁਗ ਦਾ ਸਮਾਂ, ਪ੍ਰਾਚੀਨ। ਪਿੱਛੇ ਤੇ ਜਾਈਏ ਵੀ ਸਟਾਰਟਿੰਗ ਹੈ ਜੀ ਜਦੋਂ ਤੋਂ ਦੁਨੀਆ ਬਣੀ। ਪਰ ਇਹ ਕਹਿੰਦੇ ਆਦ ਅਨੀਲ ਅਨਾਦ, ਦੁਨੀਆ ਸੰਸਾਰ ਵਿਸ਼ਵ ਬ੍ਰਹਿਮੰਡ ਬਣਨ ਤੋਂ ਪਹਿਲਾਂ। ਅਨਾਦ ਅਨਾਹਤ, ਜਿਹੜਾ ਨਾਸ਼ ਨਹੀਂ ਹੁੰਦਾ। ਦੇਖੋ ਕਿੰਨੇ ਭੇਦ ਆ ਗਏ ਜੀ। ਆਦ ਅਲੱਗ ਹੈ, ਅਨੀਲ ਦਾ ਅਰਥ ਅਲੱਗ ਹੈ, ਅਨਾਦ ਦਾ ਅਲੱਗ ਹੈ, ਅਨਾਹਤ ਤੂੰ ਨਾਸ਼ ਨਹੀਂ ਹੋ ਸਕਦਾ। ਉਹ ਕੌਣ ਹੈ? ਅਬਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਉਹ ਅਬਨਾਸ਼ੀ ਹੈ, ਸਭ ਜੀਆਂ ਦਾ ਦਾਤਾ ਏ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਆਦੇਸ਼ ਸਿਰਫ ਉਸੇ ਨੂੰ ਹੈ। ਜੁਗ ਜੁਗ ਏਕੋ ਵੇਸ। ਅੱਗੇ ਲਿਖਦੇ ਆ ਜੁਗ ਜੁਗ ਏਕੋ ਵੇਸ। ਜੋ ਜੁਗਾਂ ਜੁਗਾਂ ਤੋਂ ਇੱਕ ਵੇਸ ਵਿੱਚ ਰਹਿੰਦਾ ਏ। ਇੱਕ ਵੇਸ ਲਿਬਾਸ ਦਾ ਮਤਲਬ ਕੀ? ਤੂੰ ਕੱਲ ਵੀ ਸੀ, ਅੱਜ ਵੀ ਹੈ, ਕੱਲ ਵੀ ਹੋਏਗਾ। ਇਹਦਾ ਅਰਥ ਕਿੱਥੇ ਜਾਏਗਾ? ਜਦੋਂ ਇਹ ਸ਼ਬਦ ਪੜਾਂਗੇ ਨਾ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਫਿਰ ਸ਼ਲੋਕ ਤੇ ਆਉਣਾ ਪੈਣਾ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਪਜੀ ਸਾਹਿਬ ਦੀ ਬਾਣੀ ਦੇ ਅਰਥ ਹਿੱਦਾਂ ਹੁੰਦੇ ਆ। ਇੱਥੋਂ ਜਾ ਕੇ ਫੇਰ ਵਾਪਸ ਜਾਣਾ ਪੈਣਾ ਹੁੰਦਾ, ਫੇਰ ਸਮਝ ਆਉਂਦੀ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਗੁਰੂ ਬਾਬਾ ਜੀ ਕਹਿੰਦੇ ਭਾਈ ਤੇਰੇ ਵੇਸ, ਤੇਰੀਆਂ ਖਿੰਥਾਂ ਗੋਦੜੀਆਂ ਤੋਂ ਮੈਂ ਕੀ ਲੈਣਾ ਏ? ਤੇਰੀ ਆਦੇਸ਼ ਤੋਂ ਕੀ ਲੈਣਾ ਏ? ਸਾਡੀ ਤੇ ਆਦੇਸ਼ ਉਹਨੂੰ ਹੈ ਜੋ ਸਦਾ ਹੀ ਇੱਕ ਵੇਸ਼ ਭੂਸ਼ਾ ਚ ਰਹਿੰਦਾ ਹੈ। ਉਹ ਕੱਲ ਵੀ ਸੱਚਾ ਸੀ, ਅੱਜ ਵੀ ਸੱਚਾ ਏ, ਨਾਨਕ ਹੋਸੀ
ਵੀ ਸੱਚ, ਉਹ ਸਦਾ ਹੀ ਸੱਚਾ ਰਹੇਗਾ। ਮੇਰੀ ਬੰਦਨਾ ਉਸੇ ਨੂੰ ਹੈ। ਇੱਕ ਬਚਨ ਇੱਕ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ, ਅਗਲੇ 2-3 ਸ਼ਬਦ ਮਹਾਰਾਜ ਨੇ ਉਚਾਰਨ ਕਰਨੇ, ਕਿਉਂਕਿ ਮਿੰਟ ਸਿਰਫ 5 ਹੀ ਰਹਿ ਗਏ। 5 ਮਿੰਟਾਂ 'ਚ ਇਸ ਪਾਸੇ ਜਾਈਏ ਉਹ ਗੱਲ ਨਹੀਂ ਬਣਦੀ। ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ, ਕਿਉਂਕਿ ਇਹ ਸ਼ਹਾਦਤਾਂ ਦੇ ਦਿਨ ਨੇ। ਅੱਜ ਦੇ ਦਿਨ ਆਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਸਾਹਿਬ ਨੇ ਛੱਡਿਆ, ਪਰਿਵਾਰ ਸਮੇਤ ਸਤਿਗੁਰੂ ਇਕੱਠੇ ਨੇ, ਯੁੱਧ ਲੜਿਆ ਜਾ ਰਿਹਾ। ਅੱਜ ਦੀ ਰਾਤ ਨਿਰਮੋਹਗੜ੍ਹ ਦੀ ਰਾਤ, ਜਿੱਥੇ ਦੀਨ ਦੁਨੀਆ ਦੇ ਵਾਲੀ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਰਬੰਸ 500 ਸਿੰਘਾਂ ਦੇ ਸਮੇਤ ਇਹ ਭਿਆਨਕ ਯੁੱਧ ਲੜਦੇ ਆ, ਜਿਹਦੇ ਵਿੱਚ 22 ਧਾਰ ਦੇ ਰਾਜੇ ਵੀ ਨੇ, ਪਾਪੀ ਵਜ਼ੀਰ ਖਾਂ ਦੀਆਂ ਫੌਜਾਂ, ਹੋਰ ਬੜੀਆਂ ਫੌਜਾਂ। ਤਕਰੀਬਨ ਆਪ ਜੀ ਨੇ ਸਾਰਾ ਇਤਿਹਾਸ ਸੁਣਿਆ ਹੋਇਆ ਹੈ, ਪਰ ਸਿਰਫ ਝਰੂਖੇ ਨੇ, ਕਿਉਂਕਿ ਆਹ ਦਿਨ ਨੇ ਕੁਰਬਾਨੀਆਂ ਦੇ ਦਿਨ ਨੇ। ਵੱਧ ਤੋਂ ਵੱਧ ਬਾਣੀ ਪੜ੍ਹੋ, ਨਾਮ ਜਪੋ, ਸਤ ਸੰਗ ਕਰੋ, ਕਿਉਂਕਿ ਪੋਹ ਦਾ ਮਹੀਨਾ ਅਤਿ ਸਰਦ ਮਹੀਨਾ ਹੈ। ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਆਪਾਂ ਆਨੰਦ ਮਾਣਦੇ ਰਹਿਣਾ। ਵਾਹਿਗੁਰੂ ਵਾਹਿਗੁਰੂ।